ਸੋਦਰ ਦੀ ਬਾਣੀ ਵਿੱਚ ਆਪ ਪੜ੍ਹਦੇ ਹੋ, ਜਿਨ ਦਿਨ ਕਰਕੇ ਕੀਤੀ ਰਾਤ। ਤੇ ਇਹ ਸਮੇਂ ਦਾ ਜਿਤਨਾ ਵੀ ਘਟਨਾ ਚੱਕਰ ਚੱਲ ਰਿਹਾ ਹੈ, ਸਰਕਲ ਚੱਲ ਰਿਹਾ ਹੈ, ਗਰੀਬ ਨਵਾਜ ਬਾਣੀ ਦੇ ਵਿੱਚ ਇਸ ਬਾਬਤ ਆਖਦੇ ਹਨ, ਥਿਤੀ ਵਾਰ ਸੇਵੈ ਮੁਗਧ ਗਵਾਰ। ਜਿਹੜੇ ਇਸ ਵਿੱਚ ਭਰਮ ਨੂੰ ਰਲਾ ਲੈਂਦੇ ਹਨ ਉਹ ਮੂਰਖਤਾਈ ਕਰਦੇ ਹਨ, ਭਾਵ ਅਗਿਆਨਤਾ ਵਿੱਚ ਰਹਿੰਦੇ ਹਨ। ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੀਵਨ ਕਾਲ ਨਾਲ ਇਹ ਘਟਨਾ ਜੁੜੀ ਹੋਈ ਹੈ। ਹਜ਼ੂਰ ਮਹਾਰਾਜ ਨੇ ਆਪਣੀ ਪਹਿਲੀ ਪ੍ਰਚਾਰ ਫੇਰੀ ਆਰੰਭ ਕੀਤੀ। ਤਕਰੀਬਨ ਪੌਣੇ 8 ਸਾਲ ਦਾ ਸਮਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਪ੍ਰਚਾਰ ਫੇਰੀ ਉੱਤੇ ਲਾਇਆ ਹੈ। ਸਮਝਣ ਵਾਲੀ ਗੱਲ ਇਹ ਹੈ ਕਿ ਸਤਿਗੁਰੂ ਮਹਾਰਾਜ ਨੇ ਸਭ ਤੋਂ ਜ਼ਿਆਦਾ ਆਪਣੇ ਸਫ਼ਰ ਦੇ ਦੌਰਾਨ ਜਿਹੜੀ ਚੋਣ ਕੀਤੀ ਉਹ ਧਰਮ ਅਸਥਾਨਾਂ ਦੀ ਕੀਤੀ, ਭਾਵ ਜਿੱਥੇ ਵੱਧ ਤੋਂ ਵੱਧ ਧਰਮ ਅਸਥਾਨ ਆਉਂਦੇ ਹੋਣ, ਤੀਰਥ ਆਉਂਦੇ ਹੋਣ, ਕਿਉਂਕਿ ਉਸ ਜਗ੍ਹਾ ਦੇ ਉੱਤੇ ਬਹੁਤ ਜ਼ਿਆਦਾ ਸ਼ਰਧਾਲੂ ਇਕੱਠੇ ਹੋਏ ਹੁੰਦੇ ਨੇ ਤੇ ਉਹਨਾਂ ਦੇ ਨਾਲ ਵਾਰਤਾਲਾਪ ਕਰਨੀ ਤੇ ਆਪਣਾ ਸੁਨੇਹਾ ਉਹਨਾਂ ਤੱਕ ਪਹੁੰਚਾਉਣਾ ਬਹੁਤ ਸੌਖਾ ਹੋ ਜਾਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਉਚੇਚੇ ਪੁੱਜਦੇ ਰਹੇ ਉਹਨਾਂ ਤੀਰਥਾਂ ਤੇ ਧਰਮ ਅਸਥਾਨਾਂ ਦੇ ਉੱਤੇ। ਇਸ ਤਰ੍ਹਾਂ ਹੀ ਆਪਣੇ ਸਫ਼ਰ ਦੌਰਾਨ ਗਰੀਬ ਨਵਾਜ ਪਾਤਸ਼ਾਹ ਜੀ ਪਹੁੰਚੇ ਮਥੁਰਾ। ਮਥੁਰਾ ਪੌਰਾਣਿਕ ਮਤ ਮੁਤਾਬਕ ਬਹੁਤ ਹੀ ਪਵਿੱਤਰ ਨਗਰੀ ਹੈ ਤੇ ਉਸ ਜਗ੍ਹਾ ਦੇ ਉੱਤੇ ਸ਼ਰਧਾਲੂ ਹੋ ਕੇ ਬੜੇ ਚਾਅ ਨਾਲ ਉਸ ਜਗ੍ਹਾ ਤੇ ਪਹੁੰਚਦੇ ਹਨ। ਤੁਸੀਂ ਕਦੇ ਗੌਰ ਕਰਨਾ, ਹਰ ਧਰਮ ਅਸਥਾਨ ਨਾਲ ਧਰਮ ਦੇ ਪ੍ਰਬੰਧਕਾਂ ਨੇ ਜਾਂ ਧਰਮ ਦੇ ਪੁਜਾਰੀਆਂ ਨੇ ਕੁਝ ਨਾ ਕੁਝ ਖਾਸ ਘਟਨਾਵਾਂ ਜੋੜ ਰੱਖੀਆਂ ਹੁੰਦੀਆਂ ਨੇ। ਕਈ ਜਗ੍ਹਾ ਤੇ ਸਾਡੀ ਦੇਖਦੇ ਦੇਖਦੇ ਹੀ ਕੋਈ ਚੀਜ਼ਾਂ ਬਣਦੀਆਂ ਨੇ, ਪਰ ਸਾਡੇ ਵੱਸੋਂ ਬਾਹਰ ਹੋ ਜਾਂਦੀ ਹੈ ਗੱਲ। ਜਦੋਂ ਐਸੀਆਂ ਗੱਲਾਂ ਉਸ ਨਾਲ ਜੁੜ ਜਾਂਦੀਆਂ ਨੇ, ਬੰਦਾ ਸੋਚਦਾ ਹੈ ਕੱਲ ਤੇ ਇੱਥੇ ਕੁਝ ਵੀ ਨਹੀਂ ਸੀ। ਅਚਾਨਕ ਕਿਸ ਨੂੰ ਯਾਦ ਆਈ, ਕਿਸ ਨੂੰ ਚੇਤਾ ਆਇਆ, ਕਿਉਂਕਿ ਕਿਸੇ ਦੀ ਮਾਨਸਿਕਤਾ ਨੂੰ ਆਪਣੇ ਲਾਭ ਲਈ ਵਰਤਣ ਦਾ ਜੋ ਢੰਗ ਧਰਮ ਪੁਜਾਰੀਆਂ ਨੂੰ ਆਉਂਦਾ ਹੈ, ਸੰਸਾਰ 'ਚ ਕਿਸੇ ਨੂੰ ਨਹੀਂ ਆਉਂਦਾ। ਸਤਿਗੁਰੂ ਮਹਾਰਾਜ ਜਿਸ ਵੇਲੇ ਮਥੁਰਾ ਗਏ, ਉਸ ਜਗ੍ਹਾ ਤੇ ਇੱਕ ਗੱਲ ਪ੍ਰਚਲਿਤ ਸੀ। ਉੱਥੋਂ ਦੇ ਪੁਜਾਰੀ, ਉੱਥੋਂ ਦੇ ਪ੍ਰਚਾਰਕ ਲੋਕਾਂ ਨੂੰ ਇਹ ਦੱਸ ਰਹੇ ਸਨ ਕਿ ਬੜਾ ਮਾੜਾ ਸਮਾਂ ਚੱਲ ਰਿਹਾ ਹੈ, ਕਲਯੁਗ ਦਾ ਸਮਾਂ। ਤੇ ਇਸ ਸਮੇਂ ਦੇ ਵਿੱਚ ਜਿਹੜਾ ਬੰਦਾ ਵੱਧ ਤੋਂ ਵੱਧ ਇਹਨਾਂ ਤੀਰਥਾਂ ਤੇ ਆ ਕੇ ਦਾਨ ਪੁੰਨ ਕਰੇਗਾ, ਇਸ਼ਨਾਨ ਕਰੇਗਾ, ਆਪਣੇ ਲਈ ਅਰਦਾਸ ਕਰਵਾਏਗਾ, ਮੰਤਰ ਪੜਵਾਏਗਾ, ਯੱਗ ਵਗੈਰਾ ਇਹ ਧਰਮ ਕਰਮ ਦੱਸੇ ਹੋਏ ਜਿਹੜਾ ਕਰੇਗਾ, ਉਹੀ ਕਲਯੁਗ ਦੇ ਪ੍ਰਭਾਵ ਤੋਂ ਬਚ ਸਕਦਾ ਹੈ, ਦੂਸਰਾ ਨਹੀਂ ਬਚ ਸਕਦਾ। ਹੁਣ ਜਿਸ ਵੇਲੇ ਧਰਮ ਮੁਖੀ ਤੇ ਜ਼ਬਾਨ ਤੋਂ ਬੰਦਾ ਐਸੀ ਗੱਲ ਸੁਣਦਾ, ਵਿਸ਼ਵਾਸ ਕਰਦਾ ਤੇ ਵਿਸ਼ਵਾਸ ਕਰਦੇ ਹੋਇਆਂ ਫਿਰ ਉਹਦੇ ਦੱਸੇ ਮੁਤਾਬਕ ਸਾਰੇ ਕੰਮ ਕਰਨੇ ਸ਼ੁਰੂ ਕਰ ਦਿੰਦਾ। ਹਜ਼ੂਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਭਾਈ ਮਰਦਾਨਾ ਜੀ ਸਮੇਤ ਜਿਸ ਵੇਲੇ ਮਥੁਰਾ ਪਹੁੰਚੇ, ਉਹਨਾਂ ਨੇ ਦੇਖਿਆ ਸ਼ਰਧਾਲੂਆਂ ਦੀ ਆਮਦ ਤੇ ਕਿਸ ਤਰ੍ਹਾਂ ਚਤੁਰਾਈ ਦੇ ਨਾਲ ਵਹਿਮ ਵਿੱਚ ਫਸਾ ਕੇ, ਭਰਮ ਵਿੱਚ ਪਾ ਕੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਤੇ ਉਹਨਾਂ ਦੇ ਕੋਲੋਂ ਆਪਣੀ ਮਨਮਰਜ਼ੀ ਦੇ ਕਰਮ ਕਰਵਾਏ ਜਾ ਰਹੇ ਹਨ। ਸਤਿਗੁਰੂ ਮਹਾਰਾਜ ਉਸੇ ਧਰਮ ਆਗੂਆਂ ਨਾਲ ਸੰਵਾਦ ਕਰਦੇ ਨੇ। ਯਾਦ ਰਹੇ, ਵਿਵਾਦ ਵਿੱਚ ਤੇ ਸੰਵਾਦ ਵਿੱਚ ਜ਼ਮੀਨ ਤੇ ਅਸਮਾਨ ਦਾ ਫਰਕ ਹੈ। ਜਦੋਂ ਦੋ ਧਿਰਾਂ ਸੰਵਾਦ ਕਰਦੀਆਂ ਨੇ ਨਾ, ਤਾਂ ਉਹਦਾ ਮਤਲਬ ਹੁੰਦਾ ਹੈ ਤੇ ਇਸ ਵਿੱਚੋਂ ਕੋਈ ਨਤੀਜਾ ਨਿਕਲੇਗਾ, ਜਾਂ ਕਿਸੇ ਨਤੀਜੇ ਉੱਤੇ ਪਹੁੰਚਣ ਵਾਸਤੇ ਜਾਂ ਕੁਝ ਸਮਝਣ ਤੇ ਸਮਝਾਉਣ ਵਾਸਤੇ ਗੱਲ ਚੱਲ ਰਹੀ ਹੈ। ਤੇ ਜਦੋਂ ਵਿਵਾਦ ਹੋਏਗਾ ਨਾ, ਸਮਝ ਲਵੋ ਇੱਥੇ ਕੁਝ ਨਹੀਂ ਹੋ ਸਕਦਾ। ਵੱਧ ਤੋਂ ਵੱਧ ਇੰਨਾ ਹੋ ਸਕਦਾ ਹੈ ਵੀ ਗੱਲ ਜ਼ਬਾਨ ਤੋਂ ਸ਼ੁਰੂ ਹੋਈ ਏ ਤੇ ਮੁੱਕੇਗੀ ਕੋਰਟ ਤੇ ਕਚਹਿਰੀ ਵਿੱਚ ਜਾ ਕੇ, ਤੇ ਹੋ ਸਕਦਾ ਉੱਥੇ ਵੀ ਨਾ ਮੁੱਕੇ। ਵਿਵਾਦ ਦਾ ਤੇ ਸੰਵਾਦ ਦਾ ਇੰਨਾ ਵੱਡਾ ਫਰਕ ਹੈ। ਸੰਵਾਦ ਦੋ ਵਿਰੋਧੀਆਂ ਨੂੰ ਇਕੱਠੇ ਬਿਠਾ ਦਿੰਦਾ ਹੈ ਤੇ ਵਿਵਾਦ ਜਿਹੜਾ ਹੈ ਉਹ ਦੋ ਮਿੱਤਰਾਂ ਨੂੰ ਵੀ ਵਿਰੋਧੀ ਬਣਾ ਦਿੰਦਾ ਹੈ। ਦੋਵਾਂ ਦੇ ਵਿੱਚ ਇੰਨਾ ਵੱਡਾ ਅੰਤਰ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਬਾਣੀ ਨੂੰ ਪੜ੍ਹ ਕੇ ਵੇਖੀਏ, ਇਸ ਵਿੱਚ ਸਾਨੂੰ ਬਾਰ-ਬਾਰ ਵਿਚਾਰ ਕਰਨ ਦੀ ਜੁਗਤ ਸਤਿਗੁਰਾਂ ਨੇ ਸਮਝਾਈ ਹੈ। ਵਿਚਾਰ ਕਿਵੇਂ ਹੋਏ, ਵਿਚਾਰ ਕਿਸ ਤਰ੍ਹਾਂ ਕੀਤੀ ਜਾਏ। ਜੇ ਅਸੀਂ ਇਸ ਗੱਲ ਨੂੰ ਥੋੜਾ ਜਿਹਾ ਹੋਰ ਡੂੰਘਾਈ ਨਾਲ ਸਮਝਣਾ ਹੋਵੇ ਤੇ ਰਾਮਕਲੀ ਰਾਗ ਦੇ ਵਿੱਚ ਸਿੱਧ ਗੋਸ਼ ਦੀ ਬਾਣੀ ਦਰਜ ਹੈ। ਕਿਸ ਤਰ੍ਹਾਂ ਦੇ ਸਿੱਧਾਂ ਨੇ ਪ੍ਰਸ਼ਨ ਕੀਤੇ ਨੇ ਔਰ ਕਿੰਨੀ ਹਲੇਮੀ ਨਾਲ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੇ ਉੱਤਰ ਦਿੰਦੇ ਨੇ। ਇਸ ਤਰ੍ਹਾਂ ਪ੍ਰਸ਼ਨੋਤਰ ਹੋ ਰਿਹਾ, ਸਵਾਲ ਜਵਾਬ ਹੋ ਰਿਹਾ, ਸੰਵਾਦ ਹੋ ਰਿਹਾ, ਇੱਕ ਚਰਚਾ ਹੋ ਰਹੀ ਹੈ। ਤੇ ਚਰਚਾ ਕਰਨ ਦਾ ਵਿਸ਼ਾ ਵੀ ਕਿੰਨਾ ਡੂੰਘਾ ਹੈ।
ਹਉਮੈ ਦੇ ਉੱਤੇ ਕਾਬੂ ਕਿਵੇਂ ਪਾਇਆ ਜਾਏ, ਸਿੱਧ ਸਵਾਲ ਕਰਦੇ ਨੇ। ਗੁਰੂ ਸਾਹਿਬ ਜਵਾਬ ਦਿੰਦੇ ਨੇ, ਗ੍ਰਸਥ ਵਿੱਚ ਰਹਿੰਦਿਆਂ ਹੋਇਆਂ ਵੀ ਮਨੁੱਖ ਮਾਇਆ ਤੋਂ ਉੱਪਰ ਕਿਵੇਂ ਉੱਠ ਸਕਦਾ ਹੈ? ਇਸ ਸਵਾਲ ਦਾ ਜਵਾਬ ਦਿੱਤਾ ਜਾ ਰਿਹਾ ਹੈ। ਮਨੁੱਖ ਆਪਣੇ ਅੰਦਰ ਦੇ ਲੋਭ ਉੱਤੇ ਕਾਬੂ ਕਿਵੇਂ ਪਾਏ? ਗੁਰਮੁਖ ਕੌਣ ਹੈ ਤੇ ਗੁਰਮੁਖਤਾਈ ਦਾ ਜੀਵਨ ਕਿਵੇਂ ਮਿਲੇ? ਬਹੁਤ ਸਾਰੇ ਪ੍ਰਸ਼ਨ ਨੇ ਜਿਹੜੇ ਸਿੱਧਾਂ ਨੇ ਛੇੜੇ, ਸਤਿਗੁਰੂ ਮਹਾਰਾਜ ਦੇ ਨਾਲ ਸੰਵਾਦ ਕੀਤਾ। ਠੀਕ ਹੈ, ਸਿੱਧਾਂ ਦਾ ਆਪਣਾ ਮਤ ਹੈ, ਗੁਰੂ ਨਾਨਕ ਮਹਾਰਾਜ ਦਾ ਆਪਣਾ ਨਿਰਾਲਾ ਰਸਤਾ ਹੈ, ਪਰ ਗੱਲਬਾਤ ਬੜੇ ਸੁਖਾਵੇਂ ਮਾਹੌਲ ਵਿੱਚ ਹੁੰਦੀ ਹੈ ਤੇ ਗੱਲਬਾਤ ਨਿਬੜਦੀ ਵੀ ਬੜੇ ਸੁਖਾਵੇਂ ਮਾਹੌਲ ਵਿੱਚ ਹੈ। ਇਸ ਪੱਖੋਂ ਤੇ ਕਿਹਾ ਜਾ ਸਕਦਾ ਹੈ ਕਿ ਸਾਨੂੰ ਪ੍ਰਸ਼ਨ ਕਰਨ ਦਾ ਢੰਗ ਵੀ ਸਿੱਧਾਂ ਕੋਲੋਂ ਸਿੱਖਣਾ ਚਾਹੀਦਾ, ਜਿਸ ਤਰ੍ਹਾਂ ਦਾ ਸਤਿਗੁਰੂ ਮਹਾਰਾਜ ਨੇ ਰਾਮਕਲੀ ਰਾਗ ਦੀ ਸਿੱਧ ਗੋਸ਼ਟ ਦੀ ਬਾਣੀ ਵਿੱਚ ਬੜਾ, ਕਿਉਂਕਿ ਪ੍ਰਸ਼ਨ ਕਰਨਾ ਵੀ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਤੇ ਉੱਤਰ ਦੇਣਾ ਵੀ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਦੋਵੇਂ ਇੱਕ ਤਕਨੀਕ ਚਾਹੁੰਦੇ ਨੇ। ਸਵਾਲ ਵੀ ਇੱਕ ਤਕਨੀਕ ਤੇ ਚੰਗਾ ਸੁਭਾਅ ਚਾਹੁੰਦਾ ਹੈ, ਸਾਫ਼ ਕੋਈ ਚਾਹੁੰਦਾ ਹੈ ਕਿ ਤੁਸੀਂ ਸਵਾਲ ਜਾਣਨ ਵਾਸਤੇ ਕਰ ਰਹੇ ਹੋ ਕਿ ਅਗਲੇ ਨੂੰ ਫਸਾਉਣ ਵਾਸਤੇ ਕਰ ਰਹੇ ਹੋ। ਦੋਵਾਂ ਦੇ ਵਿੱਚ ਬੜਾ ਅੰਤਰ ਹੈ। ਕਿ ਜਾਂ ਕਿਸੇ ਦਾ ਟੈਸਟ ਲੈਣ ਵਾਸਤੇ ਕਰ ਰਹੇ ਹੋ ਤੇ ਜਿਹੜਾ ਆਨਸਰ ਅਸੀਂ ਚਾਹੁੰਦੇ ਹਾਂ, ਜਿਹੜਾ ਆਨਸਰ ਦੇਣ ਵਾਲਾ ਹੈ, ਇਹ ਹੁਣ ਉਹਦੇ ਤੇ ਵੀ ਡਿਪੈਂਡ ਕਰਦਾ ਹੈ ਕਿ ਉਹ ਕੱਲਾ ਚਤੁਰਾਈ ਚੋਂ ਹੀ ਉੱਤਰ ਦੇ ਰਿਹਾ ਹੈ ਕਿ ਜਾਂ ਬੜੇ ਭਿੱਜੇ ਹੋਏ ਮਨ ਨਾਲ ਇੱਕ ਸਵਾਲ ਦਾ ਉੱਤਰ ਲੱਭਣ ਵਾਸਤੇ ਕੋਸ਼ਿਸ਼ ਕਰ ਰਿਹਾ ਹੈ, ਜਾਂ ਕਿਸੇ ਨੂੰ ਉਲਝਾਉਣ ਵਾਸਤੇ ਉੱਤਰ ਦੇ ਰਿਹਾ। ਬੜੀਆਂ ਗੱਲਾਂ ਨੇ, ਪਰ ਗੁਰੂ ਮਹਾਰਾਜ ਨੇ ਜਿਹੜਾ ਇੱਕ ਨੁਕਤਾ ਸਮਝਾਇਆ, ਜਿਸ ਦਾ ਅਸੀਂ ਬਾਰ-ਬਾਰ ਜ਼ਿਕਰ ਕਰਦੇ ਹਾਂ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ। ਦੁਬਿਧਾ ਦਾ ਅਰਥ ਹੁੰਦਾ ਹੈ ਸਾਡੀ ਵਿਚਾਰ ਤੇ ਚਰਚਾ ਦਾ ਜਿਹੜਾ ਕੇਂਦਰ ਬਿੰਦੂ ਹੈ ਨਾ, ਉਹ ਇਹ ਹੋਣਾ ਚਾਹੀਦਾ ਵੀ ਕਨਫਿਊਜ਼ਨ ਹੈ, ਇਸ ਨੂੰ ਦੂਰ ਕਰੀਏ। ਦੁਬਿਧਾ ਦੂਰ ਕਰੋ ਲਿਵ ਲਾਏ, ਹਰ ਨਾਮੈ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ। ਸੱਪ ਵਿਛਾ ਕੇ ਬੈਠਣ ਦਾ ਅਰਥ ਹੁੰਦਾ ਹੈ ਬਰਾਬਰਤਾ ਰੱਖ ਕੇ ਬੈਠੋ। ਇਹ ਨਹੀਂ ਵੀ ਇੱਕ ਬੰਦਾ ਵਿਚਾਰ ਲਈ ਆਇਆ ਤੇ ਦੂਜਾ ਹਮਲਾਵਰ ਹੋਣ ਵਾਸਤੇ, ਉਹ ਵਿਚਾਰ ਥੋੜੀ ਹੈ, ਉਹ ਤਾਂ ਮੈਦਾਨ ਜੰਗ ਹੈ, ਜਿੱਥੇ ਕਦੇ ਵੀ ਸੰਵਾਦ ਨਹੀਂ ਹੋ ਸਕਦਾ, ਜਿੱਥੇ ਕਦੇ ਵੀ ਚਰਚਾ ਨਹੀਂ ਹੋ ਸਕਦੀ। ਇਸ ਵਾਸਤੇ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੋ ਢੰਗ ਹੈ ਨਾ, ਜੋ ਤਰੀਕਾ ਹੈ, ਅਸੀਂ ਦਸਮ ਪਾਤਸ਼ਾਹ ਜੀ ਦਾ ਜੀਵਨ ਪੜ੍ਹੀਏ, ਉਹਨਾਂ ਨੇ ਵਿਦਵਾਨ ਤੇ ਕਵੀ ਆਪਣੇ ਦਰਬਾਰ ਦੀ ਸ਼ੋਭਾ ਬਣਾਏ ਸਨ। ਔਰ ਉਹ ਕਵੀ ਤੇ ਵਿਦਵਾਨ ਅਸੀਂ ਕਈ ਵਾਰ ਸੋਚਦੇ ਕੀ ਕਰਦੇ ਹੋਣਗੇ। ਸਤਿਗੁਰੂ ਮਹਾਰਾਜ ਇੱਕ ਉਚੇਚਾ ਦਰਬਾਰ ਲਾਇਆ ਕਰਦੇ ਸਨ, ਜਿਸ ਵੇਲੇ ਸਤ ਸੰਗ ਦਾ ਸਮਾਂ ਸਮਾਪਤ ਹੋ ਜਾਂਦਾ, ਜਿਹੜੇ ਕੁਝ ਬੌਧਿਕ ਪੱਧਰ ਰੱਖਣ ਵਾਲੇ ਜਾਂ ਕੁਝ ਜਾਣਨ ਦੀ ਉਤਸੁਕਤਾ ਰੱਖਣ ਵਾਲੇ ਜਾਂ ਕੁਝ ਹੋਰ ਕਿਸਮ ਦੀਆਂ ਗੱਲਾਂ, ਕਹਾਣੀਆਂ, ਕਿਸੇ ਵੀ ਕਿਸਮ ਦੇ ਐਸੇ ਖੋਜੀ ਹਨ, ਉਹਨਾਂ ਵਾਸਤੇ ਉਹ ਸਮਾਂ ਨਿਯਤ ਹੁੰਦਾ ਸੀ ਵੀ ਕੋਈ ਵੀ ਆ ਕੇ ਬੈਠ ਸਕਦਾ ਹੈ ਤੇ ਵਿਦਵਾਨਾਂ ਨਾਲ ਗੱਲਬਾਤ ਕਰ ਸਕਦਾ ਹੈ। ਇਹਨਾਂ ਕੋਲੋਂ ਬਹੁਤ ਕੁਝ ਸਿੱਖਿਆ ਜਾ ਸਕਦਾ ਹੈ, ਜਾਣਿਆ ਜਾ ਸਕਦਾ ਹੈ, ਦੱਸਿਆ ਜਾ ਸਕਦਾ ਹੈ। ਉੱਥੇ ਵੀ ਮਕਸਦ ਇਹ ਸੀ ਵੀ ਵੱਧ ਤੋਂ ਵੱਧ ਸਿੱਖਾਂ ਨੂੰ ਇਹਨਾਂ ਵਿਦਵਾਨਾਂ ਦੀ ਸੰਗਤ ਵਿੱਚ ਬਿਠਾ ਕੇ, ਜਿਹੜੇ ਕਿ ਵੱਖ-ਵੱਖ ਭਾਸ਼ਾ ਨਾਲ ਸੰਬੰਧ ਰੱਖਦੇ ਨੇ, ਜਿਨ੍ਹਾਂ ਨੇ ਵੱਖਰੀ ਕਿਸਮ ਦਾ ਲਿਟਰੇਚਰ ਪੜ੍ਹਿਆ ਹੋਇਆ ਹੈ, ਤਾਂ ਕਿ ਇਹਨਾਂ ਦੇ ਮਨ ਅੰਦਰ ਦੇ ਜਿੰਨੇ ਵੀ ਸ਼ੱਕ ਨੇ, ਸ਼ੁਬੇ ਨੇ, ਉਹ ਦੂਰ ਕੀਤੇ ਜਾ ਸਕਣ। ਭਾਵ ਕੇਵਲ ਇਹਨਾਂ ਸੀ। ਉਹਨਾਂ ਦੇ ਵਿੱਚ ਭਾਈ ਮਨੀ ਸਿੰਘ ਵਰਗੇ ਗੁਰਮੁਖ ਵਿਦਵਾਨਾਂ ਦਾ ਜ਼ਿਕਰ ਵੀ ਆਉਂਦਾ ਹੈ, ਕਵੀ ਸੈਣਾ ਸਿੰਘ ਵਰਗੇ ਗੁਰਮੁਖਾਂ ਦਾ ਜ਼ਿਕਰ ਆਉਂਦਾ ਹੈ, ਜਿਨ੍ਹਾਂ ਨੇ ਗੁਰਸ਼ੋਭਾ ਗ੍ਰੰਥ ਲਿਖਿਆ। ਦਸਮ ਪਾਤਸ਼ਾਹ ਮਹਾਰਾਜ ਦੇ ਜੀਵਨ ਦੇ ਕੁਝ ਪੱਖਾਂ ਤੇ ਇਤਿਹਾਸਕ ਜਾਣਕਾਰੀ ਸਾਨੂੰ ਉਸ ਗ੍ਰੰਥ ਵਿੱਚੋਂ ਮਿਲਦੀ ਹੈ। ਔਰ ਗੁਰੂ ਕਾਲ ਤੋਂ ਬਾਅਦ ਸਭ ਤੋਂ ਪਹਿਲਾ ਗ੍ਰੰਥ ਉਸਨੇ ਲਿਖਿਆ, ਉਹ ਗੁਰੂ ਦਰਬਾਰ ਦਾ ਰਤਨ ਸੀ। ਉਹਨੂੰ ਦਰਬਾਰੀ ਕਵੀਆਂ 'ਚ ਸ਼ੁਮਾਰ ਕੀਤਾ ਹੈ ਲੇਖਕਾਂ ਨੇ। ਸਤਿਗੁਰੂ ਸੱਚੇ ਪਾਤਸ਼ਾਹ ਉੱਥੇ ਵੀ ਸੰਵਾਦ ਰਚਾਇਆ ਕਰਦੇ ਸਨ। ਸਿੱਖਾਂ ਦੀ ਭਗਤ ਮਾਲਾ ਦੇ ਨਾਮ ਉੱਤੇ ਇੱਕ ਪੁਸਤਕ ਪ੍ਰਾਪਤ ਹੁੰਦੀ ਹੈ, ਜਿਸ ਨੂੰ ਲਿਖਿਆ ਤਾਂ ਬਾਅਦ ਵਿੱਚ ਗਏ, ਬੜਾ ਚਿਰ ਬਾਅਦ, ਪਰ ਉਹ ਲਿਖੀ ਗਈ ਹੈ ਭਾਈ ਗੁਰਦਾਸ ਜੀ ਦੀ 11ਵੀਂ ਵਾਰ ਨੂੰ ਆਧਾਰ ਬਣਾ ਕੇ। ਤੇ ਉਹ ਆਧਾਰ ਇਸ ਤਰ੍ਹਾਂ ਬਣਾਇਆ ਗਿਆ ਵੀ 11ਵੀਂ ਵਾਰ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ 6ਵੇਂ ਪਾਤਸ਼ਾਹ ਹਜ਼ੂਰ ਤੱਕ ਕੁਝ ਸਿੱਖਾਂ ਦੀ ਲਿਸਟ ਦਿੱਤੀ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ, ਵੀ ਗੁਰੂ ਨਾਨਕ ਸਾਹਿਬ ਦੇ ਸਮੇਂ ਦੇ ਸਿੱਖ ਆ ਸਨ, ਗੁਰੂ ਅੰਗਦ ਸਾਹਿਬ ਦੇ ਸਮੇਂ ਦੇ ਮੁਖੀ ਸਿੱਖ ਆ ਸਨ। ਜਿਹੜੇ ਮੁਖੀ ਨੇ ਉਹਨਾਂ ਦਾ ਜ਼ਿਕਰ ਕੀਤਾ ਤੇ ਉਹਨਾਂ ਦੇ ਜ਼ਿਕਰ ਵਿੱਚ ਜਿਹੜੀਆਂ ਗੱਲਾਂ ਆਈਆਂ ਨੇ, ਉਹਨਾਂ ਨੂੰ ਸਾਖੀ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਵੀ ਆਹ ਪ੍ਰਸ਼ਨ ਸਿੱਖਾਂ ਨੇ ਗੁਰੂ ਸਾਹਿਬਾਨ ਨੂੰ ਕੀਤਾ ਤੇ ਇਹਦਾ ਉੱਤਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਸ ਤਰ੍ਹਾਂ ਦਿੱਤਾ। ਉਸ ਪੁਸਤਕ ਨੂੰ ਪੜ੍ਹਦੇ ਆ, ਭਾਵੇਂ ਉਹ ਕਵੀ ਨੇ, ਲੇਖਕ ਨੇ ਆਪਣੇ ਅੰਦਾਜ਼ ਵਿੱਚ ਲਿਖੀ, ਔਰ ਲਿਖੀ ਵੀ ਉਹ ਬਹੁਤ ਚਿਰ ਮਗਰੋਂ ਗਈ ਹੈ, ਜਿਸ ਵੇਲੇ
ਮਿਸਲਾਂ ਦਾ ਦੌਰ ਚੱਲ ਰਿਹਾ ਸੀ। ਪਰ ਉਸ ਵਿੱਚੋਂ ਇੱਕ ਸਮਝਣ ਵਾਲੀ ਬਾਤ ਕਿ ਸਿੱਖਾਂ ਦੀ ਸੁਰਤ ਵਿੱਚ ਇਸ ਸਮੇਂ ਤੱਕ ਵੀ ਇਹ ਵਿਚਾਰ ਚੱਲ ਰਿਹਾ ਸੀ ਵੀ ਸੰਵਾਦ ਕਰਨਾ ਬਹੁਤ ਆਪਣੇ ਅੰਦਰ ਦੀ ਦੁਬਿਧਾ ਨੂੰ ਦੂਰ ਕਰਨ ਦਾ ਇੱਕ ਸਭ ਤੋਂ ਸੋਹਣਾ ਤੇ ਵਧੀਆ ਢੰਗ ਹੈ। ਭਾਵ ਸਿੱਖ ਇਹ ਮੰਨਦੇ ਸਨ ਵੀ ਪ੍ਰਸ਼ਨ ਗੁਰੂ ਸਾਹਿਬਾਨ ਨੂੰ ਵੀ ਸਿੱਖ ਕਰਦੇ ਰਹੇ ਤੇ ਜਾਣਨ ਵਾਸਤੇ ਕਰਦੇ ਰਹੇ, ਤੇ ਗੁਰੂ ਮਹਾਰਾਜ ਉਹਨਾਂ ਦੇ ਉੱਤਰ ਦੇਣ ਤੋਂ ਕਦੇ ਵੀ ਕੰਨੀ ਨਹੀਂ ਕਤਰਾਉਂਦੇ। ਉਹਨਾਂ ਦੇ ਉੱਤਰ, ਉਹਨਾਂ ਦੇ ਹੱਲ ਸਤਿਗੁਰੂ ਆਪਣੇ ਉਪਦੇਸ਼ ਰਾਹੀਂ ਦੱਸਣ ਦਾ ਯਤਨ ਕਰਦੇ ਤਾਂ ਕਿ ਉਹਨਾਂ ਦੇ ਅੰਦਰ ਦੀ ਦੁਬਿਧਾ ਦੂਰ ਹੋ ਸਕੇ। ਇਹ ਤੇ ਗੱਲ ਪ੍ਰਮਾਣਿਕ ਹੈ ਨਾ। ਇਸ ਵਾਸਤੇ ਜਦੋਂ ਸਿੱਧਾਂ ਦੇ ਨਾਲ, ਜਦੋਂ ਉੱਥੋਂ ਦੇ ਪੰਡਤਾਂ ਦੇ ਨਾਲ, ਪੁਜਾਰੀਆਂ ਦੇ ਨਾਲ ਗੁਰੂ ਸਾਹਿਬ ਦਾ ਸੰਵਾਦ ਹੁੰਦਾ ਹੈ ਤੇ ਉੱਥੇ ਹਜ਼ੂਰ ਮਹਾਰਾਜ ਦਾ ਇੱਕ ਸ਼ਬਦ ਜਿਸ ਦੀ ਉਥਾਨਕਾ 'ਚ ਸਾਖੀ ਵਿਦਵਾਨਾਂ ਨੇ ਲਿਖੀ ਹੈ, ਸ਼ਬਦ ਦੇ ਬੋਲ ਇਹ ਸਨ, ਪਰ ਹਜ਼ੂਰ ਨੇ ਜਿਹੜੀ ਮੱਤ ਦਿੱਤੀ, ਉਪਦੇਸ਼ ਦਿੱਤਾ, ਉਹ ਇਹ ਸੀ ਵੀ ਵਿਦਵਾਨ ਜਨੋ, ਹੇ ਪੰਡਤ ਜਨੋ, ਤੁਸੀਂ ਇਸ ਜਗ੍ਹਾ ਦੇ ਉੱਤੇ ਇਹਨਾਂ ਵਿਚਾਰੇ ਭੋਲੇ ਭਾਲੇ ਆਏ ਹੋਏ ਲੋਕਾਂ ਨੂੰ ਇਹਨਾਂ ਦੀ ਜੇਬ ਚੋਂ ਪੈਸਾ ਕਢਵਾਉਣ ਵਾਸਤੇ ਤੇ ਆਪਣੀ ਪੂਜਾ ਪ੍ਰਤਿਸ਼ਠਾ ਬਣਾਈ ਰੱਖਣ ਵਾਸਤੇ ਇਹ ਗੱਲ ਕਹਿ ਰਹੇ ਹੋ ਵੀ ਕਲਯੁਗ ਆ ਰਿਹਾ ਹੈ, ਕਲਯੁਗ ਦਾ ਭਿਅੰਕਰ ਸਮਾਂ ਹੈ, ਤੁਸੀਂ ਦਾਨ ਕਰੋ, ਪੁੰਨ ਕਰੋ, ਤੀਰਥ ਇਸ਼ਨਾਨ ਕਰੋ, ਸਾਡੇ ਕੋਲੋਂ ਹਵਨ ਯੱਗ ਕਰਾਓ, ਇਹ ਪ੍ਰਭਾਵ ਘਟ ਜਾਏਗਾ। ਇਹ ਕਲਯੁਗ ਕਿੱਥੇ ਆਇਆ? ਕਹਿਣ ਲੱਗੇ ਜੀ ਕਲਯੁਗ ਦਾ ਸਮਾਂ ਚੱਲ ਰਿਹਾ, ਪੁਰਾਣ ਦੱਸਦੇ ਨੇ, ਸ਼ਾਸਤਰ ਕਹਿੰਦੇ ਨੇ। ਸਤਿਗੁਰੂ ਗੁਰੂ ਨਾਨਕ ਮਹਾਰਾਜ ਉਸ ਜਗ੍ਹਾ ਦੇ ਉੱਤੇ ਇੱਕ ਬੜਾ ਮਿੱਠਾ ਤਰਕ ਦਿੰਦੇ ਨੇ। ਉਹ ਕਹਿੰਦੇ ਨੇ, ਸੇਈ ਚੰਦ ਚੜ੍ਹੇ ਸੇ ਤਾਰੇ, ਚੰਦਰਮਾ ਵੀ ਉਹੋ ਹੀ ਹੈ, ਤਾਰੇ ਵੀ ਉਹ ਨੇ। ਭਾਵ ਪ੍ਰਕਿਰਤੀ ਉੱਤੇ ਕੋਈ ਅਸਰ ਨਹੀਂ ਪਿਆ। ਸਮਾਂ ਬਦਲ ਗਿਆ, ਐਡਾ ਵੱਡਾ ਫੇਰ ਬਦਲ ਹੋ ਗਿਆ, ਕਿਸੇ ਨੂੰ ਪਤਾ ਵੀ ਨਾ ਲੱਗਿਆ। ਪ੍ਰਕਿਰਤੀ, ਕੁਦਰਤ ਸਾਰੀ ਉਸੇ ਤਰ੍ਹਾਂ ਹੀ ਚੱਲ ਰਹੀ ਹੈ। ਸੇਈ ਚੰਦ ਚੜ੍ਹੇ ਸੇ ਤਾਰੇ, ਸੋਈ ਦਿਨੀਅਰ, ਦਿਨੀਅਰ ਕਹਿੰਦੇ ਨੇ ਸੂਰਜ ਨੂੰ, ਤਪਤ ਰਹਿ। ਸੂਰਜ ਵੀ ਉਸੇ ਤਰ੍ਹਾਂ ਆਪਣੀ ਨਿਯਮ ਮੁਤਾਬਕ ਗਰਮੀ ਵਰਸਾ ਰਿਹਾ। ਸਤਿਗੁਰੂ ਮਹਾਰਾਜ ਵੇਖੋ ਕਿੰਨਾ ਪਿਆਰਾ ਤਰਕ ਦੇ ਰਹੇ ਨੇ। ਸੋਈ ਚੰਦ ਚੜ੍ਹੇ ਸੇ ਤਾਰੇ, ਸੋਈ ਦਿਨੀਅਰ ਤਪਤ ਰਹੇ ਸਾ ਧਰਤੀ, ਧਰਤੀ ਵੀ ਉਹੀ ਹੈ, ਸਾਹ ਪਾਉਣ ਝੁਲਾਰੇ, ਹਵਾ ਵੀ ਉਸੇ ਤਰ੍ਹਾਂ ਹੀ ਚੱਲ ਰਹੀ ਹੈ। ਜੁਗ ਜੀ ਖੇਲਾਂ ਥਾਮ ਕੈਸੇ, ਇਹ ਜਿਹੜੇ ਜੁਗ ਰੂਪੀ ਚੀਜ਼ਾਂ ਨੇ ਕਿੱਥੇ ਖੇਡਦੀਆਂ ਨੇ, ਕਿੱਥੇ ਵਾਪਰਦੀਆਂ ਨੇ, ਕੱਲਾ ਤੁਹਾਨੂੰ ਕਿਵੇਂ ਪਤਾ ਲੱਗਿਆ? ਸਾਰੀ ਦੁਨੀਆ ਨੂੰ ਨਹੀਂ ਲੱਗਿਆ। ਪ੍ਰਕਿਰਤੀ 'ਚ ਕੋਈ ਫਰਕ ਨਹੀਂ ਪਿਆ, ਨੇਚਰ 'ਚ ਕੋਈ ਫਰਕ ਨਹੀਂ ਪਿਆ। ਆਮ ਜਨ ਸਧਾਰਨ ਜਿਸ ਤਰ੍ਹਾਂ ਦਾ ਸਿਸਟਮ ਚੱਲਿਆ ਉਵੇਂ ਕੇਵਲ ਇਸ ਤੀਰਥ ਉੱਤੇ ਬੈਠੇ ਹੋਏ ਤੁਹਾਨੂੰ ਗਿਣਤੀ ਦੇ 4 ਪੁਜਾਰੀਆਂ ਨੂੰ ਇਸ ਗੱਲ ਦਾ ਅਹਿਸਾਸ ਕਿਵੇਂ ਹੋਇਆ? ਜਾਣਨ ਵਾਲੀ ਗੱਲ ਤਾਂ ਇਹ ਹੈ ਕਿ ਹੋਰ ਕਿਸੇ ਨੂੰ ਕਿਉਂ ਨਹੀਂ ਹੋਇਆ, ਤੁਹਾਨੂੰ ਕਿਉਂ ਪਤਾ ਲੱਗਿਆ? ਉਹ ਵੀ ਕੇਵਲ ਇਸ ਤੀਰਥ ਉੱਤੇ ਬੈਠੇ ਆ। ਸਤਿਗੁਰੂ ਮਹਾਰਾਜ ਅੱਗੇ ਕਹਿੰਦੇ ਨੇ, ਜੀਵਨ ਤਲਬ ਨਿਵਾਰ ਹੋਵੇਂ ਪ੍ਰਮਾਣਾ। ਕਿਉਂਕਿ ਹੁਣ ਉਹਨਾਂ ਦਾ ਪ੍ਰਸ਼ਨ ਸੀ, ਫਿਰ ਤੁਸੀਂ ਕਲਯੁਗ ਨੂੰ ਮੰਨਦੇ ਨਹੀਂ? ਹਜ਼ੂਰ ਨੇ ਆਖਿਆ, ਮੰਨਦਾ। ਹੁਣ ਸਵਾਲ ਇਹ ਵੀ ਜੇ ਮੰਨਦੇ ਹੋ ਤੇ ਸਵਾਲ ਕਰਨ ਦਾ ਕੀ ਮਤਲਬ ਹੈ? ਸਾਨੂੰ ਆ ਕੇ ਟੋਕਣ ਦਾ ਤਾਂ ਕੋਈ ਅਰਥ ਨਹੀਂ। ਜੇ ਮੰਨਦੇ ਹੋ, ਤੁਸੀਂ ਵੀ ਕਲਯੁਗ ਨੂੰ ਮੰਨਦੇ ਹੋ, ਤੇ ਸਾਨੂੰ ਟੋਕਣ ਦਾ ਤਾਂ ਕੋਈ ਮਤਲਬ ਹੀ ਨਹੀਂ। ਹਜ਼ੂਰ ਨੇ ਆਖਿਆ, ਮੰਨਦਾ ਹਾਂ, ਪਰ ਮੇਰਾ ਮੰਨਣਾ ਇਹ ਹੈ ਵੀ ਕਲਯੁਗ ਜਿਹੜਾ ਹੈ ਉਹ ਬਾਹਰੋਂ ਕੋਈ ਆਉਣ ਵਾਲੀ ਚੀਜ਼ ਨਹੀਂ। ਕਲਯੁਗ ਹੈ ਤੁਹਾਡਾ ਮਾੜਾ ਪ੍ਰਬੰਧ, ਮਾੜਾ ਸਿਸਟਮ, ਤੁਹਾਡੇ ਅੰਦਰ ਦੀਆਂ ਗਲਤ ਭਾਵਨਾਵਾਂ। ਜਿਸ ਵੇਲੇ ਤੁਸੀਂ ਗਲਤ ਵਹਿਣ ਵਿੱਚ ਵਹਿ ਗਏ, ਗਲਤ ਦਿਸ਼ਾ ਵਿੱਚ ਤੁਸੀਂ ਜਾ ਰਹੇ ਹੋ, ਮਾੜੇ ਪਾਸੇ ਤੁਸੀਂ ਲੋਕਾਂ ਨੂੰ ਪ੍ਰੇਰਨਾ ਕਰੋਗੇ। ਮੈਂ ਉਸ ਸਿਸਟਮ ਨੂੰ, ਉਸ ਭੁਲੱਕੜ ਕਿਸਮ ਦੇ ਮਾਹੌਲ ਨੂੰ ਕਲਯੁਗ ਆਖਦਾ। ਗੌਰ ਕਰਨਾ, ਉੱਥੇ ਆਖਿਆ ਜੀਵਨ ਤਲਬ ਨਿਵਾਰ ਹੋਵੇਂ ਪ੍ਰਵਾਣਾ ਕਰੇ ਧਿਆਣਾ। ਧਿਆਣਾ ਦਾ ਅਰਥ ਹੁੰਦਾ ਵੀ ਧੱਕਾ ਵੀ ਬੰਦਾ ਕਰੇ ਤੇ ਫਿਰ ਵੀ ਸਤਿਕਾਰ ਪ੍ਰਾਪਤ ਕਰੇ। ਹੁਣ ਹੁੰਦਾ ਤੇ ਇਹ ਹੈ ਨਾ ਵੀ ਭਲਾ ਕਰਨ ਵਾਲੇ ਦਾ ਸਤਿਕਾਰ ਹੋਵੇ, ਜਿਹੜਾ ਧੱਕਾ ਕਰਦਾ ਹੈ ਲੋਕ ਉਸ ਵੱਲ ਬੁਰੀ ਨਜ਼ਰ ਨਾਲ ਵੇਖਣ ਵੀ ਬੰਦਾ ਠੀਕ ਨਹੀਂ ਕਰ ਰਿਹਾ। ਪਰ ਗੱਲ ਉਲਟੀ ਹੋ ਜਾਏ, ਜਿਹੜਾ ਮਨੁੱਖ ਧੱਕਾ ਕਰੇ, ਜਿਹੜਾ ਜ਼ੋਰ ਜ਼ੁਲਮ ਕਰੇ, ਜ਼ਬਰਦਸਤੀ ਕਰੇ, ਬੇਈਮਾਨੀ ਕਰੇ, ਯਾਨੀ ਕਿ ਮਾੜਾ ਵਿਹਾਰ ਕਰੇ ਲੋਕਾਂ ਨਾਲ, ਜਿਹੜਾ ਸਹਿਣ ਕਰਨ ਦੇ ਯੋਗ ਨਹੀਂ, ਉਸ ਬੰਦੇ ਨੂੰ ਲੋਕ ਪ੍ਰਮਾਣ ਕਰ ਲੈਣ, ਉਹ ਚੀਜ਼ ਨੂੰ ਚੰਗਾ ਮੰਨ ਲਿਆ ਜਾਏ ਕਿ ਕੋਈ ਗੱਲ ਨਹੀਂ, ਚੱਲਦਾ ਹੀ ਹੈ। ਇਹਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਇਹ ਅਸਲ ਕਲਯੁਗ ਹੈ, ਇਹ ਅਸਲ ਕਲਯੁਗ ਹੈ। ਔਰ ਇਹਨੂੰ ਕੱਢਿਆ ਵੀ ਜਾ ਸਕਦਾ। ਇਹਦੇ ਵਾਸਤੇ ਪੂਜਾ ਕਰਨ ਦੀ ਲੋੜ ਨਹੀਂ, ਇਹਦੇ ਵਾਸਤੇ ਤੀਰਥ ਨਹਾਉਣ ਦੀ ਲੋੜ ਨਹੀਂ, ਇਹਦੇ ਵਾਸਤੇ ਆਪਣੇ ਆਪ ਨੂੰ ਬਦਲਣ ਦੀ ਲੋੜ ਹੈ। ਇਹ ਹਵਨ ਕੀਤਿਆਂ ਦੂਰ ਨਹੀਂ ਹੋਏਗਾ, ਆਪਣੇ ਆਪ ਨੂੰ ਬਦਲਣ ਨਾਲ ਦੂਰ ਹੋਏਗਾ। ਫਰਕ ਕੇਵਲ ਇੰਨਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਕਿਤੇ ਦੇਸ਼ ਨਾ ਆਇਆ ਸੁਣੀਏ,
हे पुजारी जनों, किसी होर देश में आया इस कलयुग का कोई सुनिया नहीं ऐसी सोए ऐसी खबर, क्योंकि घटना कोई वापर जाए तो इधरों उधर बड़ी छेती गल पहुंचनी शुरू हो जाती है। पर एडी वड्डी घटना वापर गई इस कुदरत विच भी कलयुग आ गया होवे, किसी देश में ऐसी खबर नहीं सुनी गई। किसे किते देश ना आया सुनिए, तीरथ पास ना बैठा, ते किसे तीरथ दे कोल आके भी वो बैठा कदे किसे नहीं वेखिया, महसूस नहीं किया। और भी बहुत तीरथ ने, केवल तुहाडे तीरथ उत्ते महसूस हो रहा। दाता दान करे तै नाही, महल उसार ना बैठा। वो धिंगो जोरी दान लैण वाला भी उन्हां दी कतार विच भी नहीं बैठा, ते कोई महल घर बना के भी वो कलयुग नहीं बैठा। हुण प्रश्न फिर गुरु नानक साहब अपना रखते हैं। ये सवाल करन तो बाद फिर दसदे ने भी मैं किहड़ा कलयुग मनदा। जे को सत करे सो छीजै, एडी उच्ची गल हजूर ने कही। कहते भी जे कोई भला करने वाला मनुख होवे, चंगियाई कमाउण वाला होवे, नेक होवे, लोकां नूं सही रस्ता दस्सण वाला होवे, पर लोकां दी नज़र विच ओह प्रवान ना चढ़े, लोक ओहदी सच्चाई नूं समझण तो असमर्थ होण। जे को सत करे सो छीजै, ਉਹਨੂੰ लोग राह चों हटाउणा चाहण, ਉਹਨੂੰ लोग अपनी सिरदर्दी बना लैण भी किसी तरह राह चों हटना चाहिए, ਇਹਨੂੰ ਇੱਥੇ नहीं होना चाहिए। ताप घर ताप ना होई, सच्चे बंदे नूं तां धक्के वजदे होण, सच्चाई नूं तां धक्के दे दे के लोग घरों कढदे होण, पर अगली गल ਜਿਹੜਾ ਬੰਦਾ ਤਪਸਵੀ ਅਖਵਾਉਂਦਾ ਹੋਵੇ ਉਹਦੇ ਪੱਲੇ ਹੋਵੇ ਕੱਖ ਨਾ, ਉਹਦੀ ਪੂਜਾ ਹੋ ਰਹੀ ਹੋਵੇ, ਯਾਨੀ ਕਿ ਪਖੰਡ ਪੂਜਿਆ ਜਾਏ ਤੇ ਸੱਚ ਨੂੰ ਖੂੰਜੇ ਲਾਇਆ ਜਾਏ। ਵੇਖੋ ਗੁਰੂ ਨਾਨਕ ਸਾਹਿਬ ਨੇ ਕਲਯੁਗ ਦੀ ਕੈਸੀ ਨਿਸ਼ਾਨੀ ਬਿਆਨ ਕੀਤੀ ਹੈ। ਜੇ ਕੋ ਨਾਉ ਲਏ ਬਦਨਾਵੀ, ਜੇ ਕੋਈ ਨੇਕ ਅਮਲਾਂ ਵਾਲਾ ਹੋਵੇ ਤੇ ਰੱਬ ਦੀ ਸਿਫਤੋ ਸਲਾਹ ਸਚਾਈ ਤੇ ਅਸੂਲਾਂ ਤੇ ਗੁਣਾਂ ਤੇ ਚੱਲੇ, ਉਹਦੀ ਦੁਨੀਆ ਫਰੀ ਵਿੱਚ ਫੋਕਟ ਵਿੱਚ ਬਦਨਾਮੀ ਕਰੇ, ਉਹਨੂੰ ਬਦਨਾਮ ਕਰਕੇ दुनिया दे नजरा तोले किया जाए। कल के लखण ए गुरु नानक महाराज कहते समझो ये कलयुग की निशानी है। ये कलयुग जिथे ऐसा हो रहा उत्थे कलयुग है, जिथे नहीं हो रहा समझो उत्थे सतयुग है, उत्थे सच्चा है, खरा है, उत्थे माहौल वधिया धर्मी जीवन वाले लोग उस जगह ते मौजूद ने। समझना आया भी गुरु महाराज ने किसी बाहर दे समय नूं ये गल नहीं आखी भी वो सतयुग है या कलयुग है। बाणी च शब्द आए ने, सतयुग शब्द आया, त्रेता आया, द्वापर आया, कलयुग आया, पर ये सारियां महाराज ने मानसिक हालतां दसियां ने। ये साडी मानसिक अवस्था है। जे असीं मानसिक अवस्था ऐसी जी रहे हैं जिथे सच नूं एक्सैप्ट नहीं करना, पखंड की पूजा करनी है, झूठ वाले पासे छेती साडा सुभाव चलिया जाए, ਅਸੀਂ ਹਮੇਸ਼ਾ ਸੱਚ ਦੇ ਵਿਰੋਧ ਵਿੱਚ ਹੀ ਖੜੇ ਹੋਈਏ, ਧਰਮ ਨੂੰ ਜੀਣ ਦੀ ਕੋਸ਼ਿਸ਼ ਨਾ ਕਰੀਏ, ਤਾਂ ਗੁਰੂ ਮਹਾਰਾਜ ਕਹਿੰਦੇ ਨੇ ਫਿਰ ਸਮਝੋ ਵੀ ਤੁਸੀਂ ਕਲਯੁਗ ਦੀ ਅਵਸਥਾ ਵਿੱਚ ਜੀ ਰਹੇ ਹੋ। ਤੇ ਇਸ ਨੂੰ ਦੂਰ ਕਰਨਾ ਹੋਵੇ ਨਾ ਅਗਰ, ਤੇ ਤੀਰਥ ਇਸ਼ਨਾਨ ਕੰਮ ਨਹੀਂ ਆਏਗਾ, ਕਿਉਂਕਿ ਉੱਥੇ ਤਾਂ ਸਰੀਰ ਨੂੰ ਧੋ ਕੇ ਹੀ ਬੰਦਾ ਸੋਚਦਾ ਮੈਂ ਸੁੱਚਾ ਹੋ ਗਿਆ, ਧਰਮੀ ਹੋ ਗਿਆ। ਜੇ ਇਸ ਅਵਸਥਾ ਨੂੰ ਦੂਰ ਕਰਨਾ ਹੋਵੇ ਤਾਂ ਆਪਣੇ ਮਨ ਨੂੰ ਸਵਾਰਨਾ ਪਏਗਾ, ਤੇ ਮਨ ਨੂੰ ਸਵਾਰਨ ਵਾਸਤੇ ਸਾਨੂੰ ਸੁਚੱਜੇ ਅਗਵਾਈ ਚਾਹੀਦੀ ਹੈ ਗੁਰੂ ਦੇ ਉਪਦੇਸ਼ ਦੀ। ਉਹਦੇ ਤੋਂ ਬਿਨਾਂ ਮਨ ਦੀ ਅਵਸਥਾ ਸੁਧਰ ਨਹੀਂ ਸਕਦੀ। ਭਾਵ ਕਿ ਅਸੀਂ ਫੇਰ ਸ਼ਬਦ ਗੁਰੂ ਦੇ ਸਿਧਾਂਤ ਉੱਤੇ ਡਿਪੈਂਡ ਹੋਣ ਤੋਂ ਬਿਨਾਂ ਸਾਡਾ ਭਲਾ ਨਹੀਂ ਹੋ ਸਕਦਾ। ਚੰਗੀ ਮੱਤ ਧਾਰਨ ਕਰਨ ਤੋਂ ਬਿਨਾਂ ਇਹ ਕਲਯੁਗ ਦੀ ਅਵਸਥਾ ਸਾਡੇ ਅੰਦਰੋਂ ਨਿਕਲ ਨਹੀਂ ਸਕਦੀ। ਤੋ ਜੇ ਐਸੀ ਅਵਸਥਾ ਵਿੱਚ ਬੰਦਾ ਜੀ ਰਿਹਾ ਹੈ, ਇਸੇ ਨੂੰ ਗੁਰੂ ਨਾਨਕ ਮਹਾਰਾਜ ਆਪਣੇ ਸ਼ਬਦ ਵਿੱਚ ਕਹਿ ਰਹੇ ਨੇ, ਕਲ ਮੈਂ ਹੈ ਰਾਮ ਨਾਮ ਸਾਰ। ਐਸੀ ਅਵਸਥਾ ਵਿੱਚ ਸ੍ਰੇਸ਼ਟ ਦਾਰੂ ਪਤਾ ਕਿਹੜਾ? ਜੇ ਐਸੇ ਸੁਭਾਅ ਚ ਅਸੀਂ ਖਚਤ ਹਾਂ ਨਾ, ਐਸੇ ਮਾਹੌਲ ਵਿੱਚ ਹਾਂ, ਇਹੋ ਜਿਹੇ ਸਿਸਟਮ ਵਿੱਚ ਬੱਝੇ ਹੋਏ ਹਾਂ, ਇਹੋ ਜਿਹਾ ਸਾਡਾ ਜੀਵਨ ਦਾ ਸੁਭਾਅ ਬਣ ਚੁੱਕਿਆ, ਰੁਝਾਨ ਬਣ ਚੁੱਕਿਆ, ਤੇ ਹੋਰ ਕਿਸੇ ਕਰਮ ਦੀ ਹੁਣ ਲੋੜ ਨਹੀਂ ਰਹਿ ਗਈ। ਮਤਲਬ ਕੋਈ ਤੁਹਾਨੂੰ ਆ ਕੇ ਤੀਰਥ ਨਹਾ ਲਓ, ਪੂਜਾ ਕਰ ਲਓ, ਮੰਤਰ ਪੜ੍ਹ ਲਓ, ਉੱਥੇ ਕੋਈ ਤਰਕੀਬ ਹੈ, ਰੱਬੀ ਗੁਣਾਂ ਨੂੰ ਤੇ ਰੱਬ ਦੀ ਹੋਂਦ ਨੂੰ ਜੀਵਨ ਦਾ ਹਿੱਸਾ ਬਣਾਓ। ਰੱਬ ਦੀ ਹੋਂਦ ਨੂੰ ਮਹਿਸੂਸ ਕਰੋ, ਚਾਲ ਚੱਲਣ ਵਿੱਚ ਫਰਕ ਪੈ ਜਾਏਗਾ, ਤੇ ਰੱਬ ਦੇ ਗੁਣਾਂ ਨੂੰ ਪ੍ਰੈਕਟਿਸ ਕਰਨਾ ਸ਼ੁਰੂ ਕਰ ਦਿਓ, ਜੀਣਾ ਸ਼ੁਰੂ ਕਰ ਦਿਓ। ਉਹਦੇ ਨਾਲ ਇਹ ਮਾੜੀ ਅਵਸਥਾ ਅੰਦਰੋਂ ਨਿਕਲਦੀ ਜਾਏਗੀ। ਕਲ ਮੈਂ ਰਾਮ ਨਾਮ, ਸਰਵ ਵਿਆਪਕ ਅਕਾਲ ਪੁਰਖ ਦੀ ਹੋਂਦ ਦਾ ਅਹਿਸਾਸ ਤੇ ਉਹਦੇ ਗੁਣਾਂ ਨੂੰ ਜੀਣਾ, ਇਸ ਨੂੰ ਨਾਮ ਆਖਿਆ ਸਾਰ। ਇਹ ਸ੍ਰੇਸ਼ਟ ਰਸਤਾ ਹੈ। ਇਸ ਤੋਂ ਬਿਨਾਂ ਦੁਨੀਆ ਜਿੰਨਾ ਕੁਝ ਵੀ ਕਰਦੀ ਹੈ, ਅੱਖੀਂ ਤਾਂ ਮੀਟੈ, ਨਾਕ ਪਕੜੈ, ਠੱਗਣ ਕਹੋ
ਸੰਸਾਰ। ਇਸ ਪੰਕਤੀ ਦੀ ਉਥਾਨਕਾ ਵਿੱਚ ਲਿਖਿਆ ਗਿਆ ਹੈ, ਹਜ਼ੂਰ ਮਹਾਰਾਜ ਹਰਿਦੁਆਰ ਗਏ ਸਨ ਤੇ ਹਰਿਦੁਆਰ ਦੇ ਵਿੱਚ, ਵੈਸੇ ਮੈਂ ਇੱਕ ਬੇਨਤੀ ਕਰਦੇ ਹਾਂ, ਪਾਖੰਡ ਦੀ ਜ਼ਰੂਰਤ ਬੰਦੇ ਨੂੰ ਉੱਥੇ ਪੈਂਦੀ ਏ ਜਿੱਥੇ ਮਨੁੱਖ ਦਾ ਜੀਵਨ ਪ੍ਰੈਕਟੀਕਲੀ ਸਚਾਈ ਵਾਲਾ ਨਾ ਹੋਵੇ। ਉੱਥੇ ਜਾ ਕੇ ਬੰਦਾ ਚਾਹੁੰਦਾ ਪਰਦਾ ਪਾਇਆ ਜਾਏ। ਪਰਦਾ ਪਾਉਣ ਦੀ ਲੋੜ ਉੱਥੇ ਪੈਂਦੀ ਹੈ ਜਿੱਥੇ ਕੋਈ ਘਾਟ ਹੋਏ। ਸਾਡੇ ਜ਼ਖਮ ਹੋ ਜਾਏ ਸਰੀਰ ਦੇ ਕਿਸੇ ਅੰਗ ਤੇ, ਅਸੀਂ ਪੱਟੀ ਉੱਥੇ ਹੀ ਕਰਾਂਗੇ ਨਾ ਜੀ, ਉਹਨੂੰ ਢੱਕਣ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਹਰ ਇੱਕ ਨੂੰ ਵੇਖ ਕੇ ਗਿਲਾਨੀ ਆ ਸਕਦੀ ਹੈ। ਤੇ ਜੇ ਅਸੀਂ ਠੀਕ ਠਾਕ ਹਾਂ, ਸਾਨੂੰ ਪੱਟੀ ਬੰਨਣ ਦੀ ਲੋੜ ਨਹੀਂ ਪਵੇਗੀ। ਢੱਕਣ ਦੀ ਉਸੇ ਚੀਜ਼ ਨੂੰ ਜ਼ਰੂਰਤ ਪੈਂਦੀ ਹੈ ਜਿਸ ਦਾ ਬੰਦੇ ਨੂੰ ਪਤਾ ਲੱਗ ਜਾਏ ਵੀ ਚੀਜ਼ ਮਾੜੀ ਹੈ, ਕਿਸੇ ਦੀ ਨਜ਼ਰ ਨਹੀਂ ਪੈਣੀ ਚਾਹੀਦੀ, ਪ੍ਰਭਾਵ ਮਾੜਾ ਨਹੀਂ ਪੈਣਾ ਚਾਹੀਦਾ, ਇੰਪ੍ਰੈਸ਼ਨ ਮਾੜਾ ਨਹੀਂ ਪੈਣਾ ਚਾਹੀਦਾ। ਬੰਦਾ ਉਹਨੂੰ ਢੱਕਣ ਦੀ ਕੋਸ਼ਿਸ਼ ਕਰ ਰਿਹਾ ਤੇ ਉਹਨੂੰ ਢੱਕਣ ਦਾ ਇੱਕੋ ਹੀ ਢੰਗ ਹੈ। ਜੇ ਕਿਰਦਾਰ 'ਚ ਘਾਟ ਹੋਵੇ ਤਾਂ ਉਹਨੂੰ ਢੱਕਣ ਦਾ ਤਰੀਕਾ ਪਖੰਡੀ ਹੈ। ਜੇ ਅਗਰ ਢੱਕਣਾ ਹੋਵੇ ਤਾਂ, ਤੇ ਜੇ ਉਹਦਾ ਹੱਲ ਕੱਢਣਾ ਹੋਵੇ ਤਾਂ ਫਿਰ ਉਹਦਾ ਹੱਲ ਇੱਕੋ ਹੀ ਹੈ ਵੀ ਉਸ ਬੁਰਾਈ ਨੂੰ ਆਪਣੇ ਜੀਵਨ 'ਚੋਂ ਕੱਢ ਕੇ ਉਹਦੀ ਜਗ੍ਹਾ ਤੇ ਚੰਗਿਆਈ ਭਰ ਲਵੇ ਬੰਦਾ। ਫਿਰ ਢੱਕਣ ਦੀ ਲੋੜ ਕੋਈ ਨਹੀਂ। ਗੌਰ ਕਰਨਾ, ਢੱਕਣਾ ਕਿਉਂ ਪਏਗਾ? ਕਿਉਂਕਿ ਇੱਥੇ ਮੁਸ਼ਕਲ ਹੈ। ਦੁਨੀਆ ਨੂੰ ਨਹੀਂ ਵਿਖਾਉਣਾ ਚਾਹੁੰਦਾ ਮੈਂ ਵੀ ਮੇਰੇ 'ਚ ਕਮੀ ਹੈ। ਤੇ ਜੇ ਦੁਨੀਆ ਨੂੰ ਦਿਸ ਪਈ ਤੇ ਕੀ ਹੋਏਗਾ? ਇਸ ਵਾਸਤੇ ਫਿਰ ਦੂਸਰਾ ਰਸਤਾ ਕੀ ਹੈ? ਪਖੰਡ ਕਰੋ। ਕਿ ਮਾੜਾ ਸੁਭਾਅ ਤੇ ਮੈਂ ਛੱਡਣਾ ਨਹੀਂ, ਪਖੰਡ ਐਕਸਟਰਾ ਨਾਲ ਕਰ ਲਓ, ਲੋਕਾਂ ਦਾ ਧਿਆਨ ਉਧਰ ਜਾਏ। ਔਰੰਗਜ਼ੇਬ ਦੇ ਬਾਰੇ ਮੈਂ ਪੜ੍ਹ ਰਿਹਾ ਸਾਂ, ਕਹਿੰਦੇ ਨੇ ਉਹ ਪੱਕਾ ਨਮਾਜ਼ੀ ਸੀ, 5 ਨਮਾਜ਼ਾਂ ਰੋਜ਼ ਪੜ੍ਹਿਆ ਕਰਦਾ, ਜਿਹੜੀਆਂ ਸ਼ਰੀਅਤ ਵਿੱਚ ਇੱਕ ਮੂਮਨ ਵਾਸਤੇ ਦਸੀਆਂ ਗਈਆਂ ਨੇ। ਤੇ ਇੱਕ ਮਹੀਨਾ ਆਉਂਦਾ ਹੈ ਹਿਜਰੀ ਕੈਲੰਡਰ ਵਿੱਚ, ਉਸ ਮਹੀਨੇ ਦੇ ਵਿੱਚ ਰੋਜ਼ੇ ਵੀ ਰੱਖਦਾ ਸੀ, ਰਮਜ਼ਾਨ ਦੇ ਮਹੀਨੇ 'ਚ। ਤੇ ਰੋਜ਼ੇ ਰੱਖਣ ਤੋਂ ਬਿਨਾਂ ਉਹ ਤਸਬੀਹ, ਮਾੜਾ ਨੂੰ ਕਹਿੰਦੇ ਨੇ ਤਸਬੀਹ, ਉਹ ਤਸਬੀਹ ਵੀ ਫੇਰਦਾ ਸੀ। ਔਰ ਹੋਰ ਹੈਰਾਨੀ ਦੀ ਗੱਲ, ਉਸਨੇ ਆਪਣੇ ਹੱਥਾਂ ਨਾਲ ਕੁਰਾਨ ਵੀ ਲਿਖਿਆ ਉਹਨਾਂ ਸਮਿਆਂ 'ਚ। ਉਸ ਕੁਰਾਨ ਦੀਆਂ ਕਾਪੀਆਂ ਜਿਹੜੀਆਂ ਨੇ ਉਹ ਵੱਖ-ਵੱਖ ਲਾਇਬ੍ਰੇਰੀਆਂ ਦੇ ਵਿੱਚ ਮੌਜੂਦ ਨੇ। ਔਰ ਜਿਹੜੇ ਉਹਦਾ ਇਹ ਪੱਖ ਵੇਂਦੇ ਨੇ ਨਾ, ਉਹ ਕਹਿੰਦੇ ਨੇ ਵੀ ਬੰਦਾ ਬਹੁਤ ਧਰਮ ਨੂੰ ਮੰਨਣ ਵਾਲਾ ਸੀ, ਦੁਨੀਆ ਤਾਂ ਐਵੇਂ ਉਹਨੂੰ ਬਦਨਾਮ ਕਰਦੀ ਹੈ, ਜਿਹੜਾ 5 ਨਮਾਜ਼ਾਂ ਪੜ੍ਹੇ, ਮਹੀਨਾ ਪਰ ਰੋਜ਼ੇ ਰੱਖੇ, ਤਸਬੀਹ ਫੇਰੇ, ਕੁਰਾਨ ਆਪਣੇ ਹੱਥੀਂ ਲਿਖੇ ਤੇ ਕੁਰਾਨ ਦਾ ਪਾਠ ਕਰਿਆ ਕਰੇ। ਜਿਹੜਾ ਬੰਦਾ ਮਦਰਸਿਆਂ ਨੂੰ ਦਾਨ ਦਿੰਦਾ ਹੈ, ਜਿਹੜਾ ਸ਼ਰੀਅਤ ਦੇ ਪ੍ਰਚਾਰ ਵਾਸਤੇ ਕਾਜ਼ੀ ਰੱਖਦਾ ਹੈ ਤੇ ਤਨਖਾਹਾਂ ਦੇ ਉੱਤੇ ਇੰਨਾ ਪੈਸਾ ਜਿਹੜਾ ਬਾਦਸ਼ਾਹ ਖਰਚ ਕਰਦਾ ਹੈ ਦੀਨ ਦੇ ਪ੍ਰਚਾਰ ਵਾਸਤੇ, ਉਹ ਬੰਦਾ ਪਾਪੀ ਕਿਵੇਂ ਹੋ ਸਕਦਾ ਹੈ? ਉਹਦੇ 'ਚ ਗੁਨਾਹ ਕਿੱਥੇ ਹੋ ਸਕਦੇ ਨੇ? ਉਹ ਬੰਦਾ ਮਾੜਾ ਕਿਵੇਂ ਹੋ ਸਕਦਾ ਹੈ? ਐਵੇਂ ਦੁਨੀਆ ਨੇ ਉਹਦੀ ਭੰਡੀ ਕੀਤੀ ਹੋਈ ਹੈ। ਪਰ ਉਹ ਬੰਦੇ ਇਹ ਗੱਲ ਦੱਸਣ ਤੋਂ ਅਸਮਰੱਥ ਨੇ ਵੀ ਸ਼ਰਮਾਦ ਨੂੰ ਕਿਹੜੇ ਦੋਸ਼ ਹੇਠ ਉਸਨੇ ਕਤਲ ਕੀਤਾ। ਉਹ ਬੰਦੇ ਇਹ ਗੱਲ ਦੱਸਣ ਤੋਂ ਅਸਮਰੱਥ ਨੇ, ਇਸ ਗੱਲ ਦਾ ਉੱਤਰ ਨਹੀਂ ਦੇ ਪਾਏ ਕਿ ਗੁਰੂ ਤੇਗ ਬਹਾਦਰ ਮਹਾਰਾਜ ਔਰ ਉਹਨਾਂ ਤੋਂ ਪਹਿਲਾਂ ਉਹਨਾਂ ਦੇ 3 ਸਿੱਖਾਂ ਨੂੰ ਕਿਸ ਜੁਰਮ ਦੇ ਅਧੀਨ ਉਸਨੇ ਸ਼ਹੀਦ ਕੀਤਾ। ਠੀਕ ਹੈ, ਉਸ ਦਾ ਧਰਮ ਸੀ, ਉਹ ਆਪਣੇ ਮਦਰਸਿਆਂ ਦਾ ਪ੍ਰਚਾਰ ਕਰਵਾ ਸਕਦਾ ਸੀ, ਪਰ ਉਸਨੇ ਦੂਸਰਿਆਂ ਦੇ ਮੰਦਰ ਗਿਰਾਏ, ਉਹ ਕਿਸ ਦੋਸ਼ ਹੇਠ? ਉਸਨੇ ਜ਼ਬਰਦਸਤੀ ਉਹਦੇ ਰਾਜਤੰਤਰ ਦੇ ਵਿੱਚ ਲੋਕਾਂ ਦਾ ਧਰਮ ਖੋਇਆ ਗਿਆ, ਉਹ ਕਿਹੜੀ ਗੱਲੋਂ? ਬਹੁਤ ਐਸੇ ਪ੍ਰਸ਼ਨ ਨੇ ਉਹਦੇ ਜੀਵਨ ਦੇ ਜਿਹੜੇ ਉਸਨੇ ਆਪ ਆਪਣੀ ਕਰਨੀ ਰਾਹੀਂ ਪੈਦਾ ਕੀਤੇ ਨੇ। ਜਿਹੜੀਆਂ ਘਟਨਾਵਾਂ ਉਹਦੇ ਰਾਜ ਵਿੱਚ ਵਾਪਰੀਆਂ ਔਰ ਉਹਦੇ ਬਿਲਕੁਲ ਹੁਕਮ ਮੁਤਾਬਕ ਵਾਪਰੀਆਂ, ਉਹ ਕਿਸ ਖਾਤੇ ਵਿੱਚ ਨੇ? ਕੀ ਇੱਕ ਸੱਚਾ ਮੁਸਲਮਾਨ ਆਪਣੇ ਬਾਪ, ਆਪਣੇ ਭਰਾਵਾਂ ਦੇ ਖੂਨ ਨਾਲ ਆਪਣੇ ਹੱਥ ਰੰਗ ਸਕਦਾ? ਨਹੀਂ ਰੰਗ ਸਕਦਾ, ਪਰ ਉਸਨੇ ਰੰਗੇ। ਉਹ ਤਾਂ ਇੰਨਾ ਇਸ ਬਿਰਤੀ ਦਾ ਸੀ। ਸ਼ਾਹਜਹਾਨ ਉਹਦਾ ਬਾਪ ਸੀ। ਇੱਕ ਲਾਲ ਕਿਲਾ ਦਿੱਲੀ 'ਚ, ਇੱਕ ਆਗਰੇ 'ਚ। ਪਹਿਲਾਂ ਮੁਗਲਾਂ ਦੀ ਰਾਜਧਾਨੀ ਆਗਰਾ ਰਹੀ ਹੈ। ਆਗਰੇ ਦੇ ਰੈੱਡ ਫੋਰਟ ਦੇ ਵਿੱਚ ਅੱਜ ਵੀ ਜਿਸ ਵੇਲੇ ਲੋਕ ਜਾਂਦੇ ਨਾ ਉਸ ਨੂੰ ਦੇਖਣ ਵਾਸਤੇ, ਤੇ ਜੇ ਗਾਈਡ ਹੋਵੇ ਤੇ ਗਾਈਡ ਦੱਸਦਾ ਹੈ ਇਹ ਆ ਕੋਠੜੀ ਹੈ, ਇਹ ਉਹ ਸੈੱਲ ਹੈ ਜਿਸ ਵਿੱਚ ਸ਼ਾਹਜਹਾਨ ਬਾਦਸ਼ਾਹ ਕੈਦ ਰਿਹਾ। ਤੁਸੀਂ ਹੈਰਾਨ ਹੋ ਜਾਂਦੇ ਹੋ ਜਿਸ ਵੇਲੇ ਸ਼ਬਦ ਸੁਣਦੇ ਹੋ। ਬਾਦਸ਼ਾਹ ਹੋਵੇ, ਸਾਰੇ ਭਾਰਤ ਦਾ ਸੁਪਰੀਮ ਪਾਵਰ, ਉਹਨੇ ਵੀ ਕੈਦ ਕੱਟੀ ਹੈ। ਬਿਲਕੁਲ ਜੀ, ਕੈਦ ਕੱਟੀ ਹੈ। ਔਰ ਇਹ ਕੈਦ ਵਿੱਚ ਉਸ ਨੂੰ ਪਤਾ ਕਿਸ ਨੇ ਪਾਇਆ? ਉਸ ਦੇ ਆਪਣੇ ਪੁੱਤਰ ਨੇ, ਔਰੰਗਜ਼ੇਬ ਨੇ, ਆਪਣੇ ਪੁੱਤਰ ਨੇ। ਉਸ ਕੈਦ ਵਿੱਚ ਬੈਠਿਆਂ ਔਰੰਗਜ਼ੇਬ ਨੂੰ ਇੱਕ ਚਿੱਠੀ ਲਿਖੀ ਸ਼ਾਹਜਹਾਨ ਨੇ। ਚਿੱਠੀ ਦੇ ਵਿੱਚ ਨਿਹੋਰਾ ਮਾਰਿਆ, ਮਿਹਣਾ ਮਾਰਿਆ ਉਸਨੇ ਆਪਣੇ ਸ਼ਹਿਜ਼ਾਦੇ ਬਾਦਸ਼ਾਹ ਨੂੰ,
ਓਏ ਮਿਹਣਾ ਇਹ ਸੀ ਵੀ ਤੇਰੇ ਨਾਲੋਂ ਤਾਂ ਉਹ ਕਾਫਰ ਹਿੰਦੂ ਚੰਗੇ ਨੇ, ਭਾਵੇਂ ਵਹਿਮ ਹੀ ਕਰਦੇ ਨੇ, ਗੱਲ ਉਹਨਾਂ ਦੀ ਸਹੀ ਨਹੀਂ, ਪਰ ਮਰੇ ਬਜ਼ੁਰਗਾਂ ਨੂੰ ਵੀ ਘੱਟੋ ਘੱਟ ਸੂਰਜ ਵਾਲੇ ਪਾਸੇ ਪਾਣੀ ਰੇੜ ਕੇ ਯਾਦ ਤੇ ਕਰਦੇ ਨੇ। ਤੇਰਾ ਬਾਪ ਜਿਉਂਦਾ ਇਸ ਕਾਇਦ ਵਿੱਚ ਪਿਆ ਹੋਇਆ, ਤੇਰੇ ਹੱਥੀਂ ਪਾਇਆ ਹੋਇਆ, ਤੂੰ ਕਦੇ ਪਾਣੀ ਦੀ ਘੁੱਟ ਵੀ ਪੁੱਛਣ ਵਾਸਤੇ ਸਮਾਂ ਨਹੀਂ ਕੱਢਿਆ। ਤੇਰੇ ਨਾਲ, ਤੇਰੇ ਵਰਗੇ ਮੋਮਨ ਪੁੱਤਰ ਨਾਲੋਂ ਕਾਫਰ ਹਿੰਦੂ ਕਿਤੇ ਜ਼ਿਆਦਾ ਚੰਗੇ ਨੇ। ਤੇ ਇਹ ਮਤ ਸੋਚਣਾ ਵੀ ਚਿੱਠੀ ਦੇ ਸ਼ਬਦ ਪੜ੍ਹ ਕੇ ਉਹ ਰੰਗਜ਼ੇਬ ਰੋ ਪਿਆ ਹੋਏਗਾ, ਉਹਨੂੰ ਆਪਣਾ ਬਾਪ ਚੇਤੇ ਆਇਆ ਹੋਏਗਾ। ਉਸਨੇ ਕਲਮ ਦੁਆਤ ਚੁੱਕੀ ਤੇ ਭੌਂਦੀ ਇੱਕ ਚਿੱਠੀ ਵਾਪਸ ਲਿਖੀ। ਚਿੱਠੀ ਦੇ ਵਿੱਚ ਇਹ ਲਿਖਿਆ ਹੋਇਆ ਸੀ, ਅੱਬਾ ਜਾਨ, ਮੈਨੂੰ ਹੈਰਾਨੀ ਹੈ, ਤੁਹਾਡੇ ਵਰਗਾ ਨੀਤੀਵਾਨ ਬੰਦਾ ਜਿਸਨੇ ਇਸ ਮੁਲਕ ਉੱਤੇ ਰਾਜ ਕੀਤਾ, ਉਹਨੂੰ ਇਹਨਾਂ ਵੀ ਨਹੀਂ ਪਤਾ ਵੀ ਬਾਦਸ਼ਾਹਾਂ ਦੇ ਸਮੇਂ ਕਿੰਨੇ ਕੀਮਤੀ ਹੋਇਆ ਕਰਦੇ ਨੇ। ਇਹੋ ਜਿਹੀਆਂ ਫਜ਼ੂਲ ਗੱਲਾਂ ਉੱਤੇ ਬਾਦਸ਼ਾਹ ਆਪਣਾ ਸਮਾਂ ਖਰਾਬ ਨਹੀਂ ਕਰਿਆ ਕਰਦੇ। ਤੇ ਦੂਸਰੀ ਗੱਲ, ਮੈਨੂੰ ਤੁਹਾਡੀ ਅਕਲ ਉੱਤੇ ਹੈਰਾਨੀ ਹੈ, ਤੁਸੀਂ ਮੇਰੇ ਕੋਲੋਂ ਪਾਣੀ ਦੀ ਇੱਕ ਘੁੱਟ ਮੰਗੀ ਹੈ ਤੇ ਮੈਂ ਸੋਚਦਾ ਇੰਨਾ ਲੰਮਾ ਚੌੜਾ ਹੈ ਚਿੱਠੀ ਲਿਖ ਕੇ, ਖਤ ਲਿਖ ਕੇ ਆਪਣਾ ਤੇ ਮੇਰਾ ਸਮਾਂ ਖਰਾਬ ਕਰਨ ਦੀ ਲੋੜ ਕੀ ਸੀ? ਜਿੰਨਾ ਪਾਣੀ ਤੁਸੀਂ ਖਰਾਬ ਕੀਤਾ ਹੈ ਸਿਆਹੀ ਬਣਾਉਣ ਤੇ ਬੁੱਲਾਂ ਨੂੰ ਲਾ ਲਈਦੇ, ਬੁੱਲ ਗਿੱਲੇ ਹੋ ਜਾਣੇ ਸਨ। ਐਡੀ ਕਿਹੜੀ ਗੱਲ ਸੀ? ਪਾਣੀ ਦੀ ਘੋਟੀ ਚਾਹੀਦੀ ਹੈ। ਔਰ ਆਪਣੇ ਬਾਪ ਦਾ ਜਨਾਜ਼ਾ ਨਿਕਲ ਰਿਹਾ ਸੀ, ਉਹ ਨਾਲ ਨਹੀਂ ਸੀ ਗਿਆ। ਕਹਿਣ ਲੱਗਿਆ ਕਿਉਂ ਜਾਵਾਂ? ਆਪਣੇ ਭਰਾਵਾਂ ਨੂੰ ਕਤਲ ਕਰਦਾ, ਜਿਹੜਾ ਸਰਮਦ ਵਰਗੇ ਸੂਫੀ ਫਕੀਰਾਂ ਨੂੰ ਕਤਲ ਕਰਦਾ। ਹੁਣ ਉਹਦੇ ਕੀਤੇ ਧਰਮ ਕਰਮ ਵੇਖਣ ਵਾਲਾ ਬੰਦਾ ਕਨਫਿਊਜ਼ ਹੋ ਜਾਂਦਾ ਕਿ ਬੰਦਾ ਗੁਨਾਹਗਾਰ ਕਿਵੇਂ ਹੋ ਸਕਦਾ ਹੈ। ਪਰ ਗੁਨਾਹ ਉਹਨੂੰ ਜਿੰਨੇ ਕੀਤੇ ਸਨ ਨਾ, ਉਸ ਦੀ ਮਜਬੂਰੀ ਬਣ ਗਈ ਵੀ ਮੈਂ ਕੁਝ ਧਰਮ ਦੇ ਖੇਤਰ ਵਿੱਚ ਵੀ ਹੱਥ ਪੈਰ ਮਾਰਾਂ, ਨਹੀਂ ਤਾਂ ਮੇਰੀ ਬਦਨਾਮੀ ਸੰਸਾਰ ਵਿੱਚ ਬਹੁਤ ਵੱਡੀ ਹੋਏਗੀ। ਇਤਿਹਾਸਕਾਰਾਂ ਤਾਂ ਇੱਥੋਂ ਤੱਕ ਲਿਖੇ, ਇੱਕ ਵਾਰ ਤਾਂ ਮੱਕੇ ਦੇ ਕਾਜ਼ੀਆਂ ਨੇ ਵੀ ਉਹਦੇ ਨਜ਼ਰਾਨੇ ਮੋੜ ਕੱਲੇ ਸਨ। ਉਹਨੇ ਕੋਈ ਚੀਜ਼ਾਂ ਭੇਜੀਆਂ ਸਨ ਮੱਕੇ ਕਾਬੇ ਦੀ ਸੇਵਾ ਦੇ ਵਿੱਚ, ਤੇ ਕੋਈ ਹੋਏਗਾ ਇਨਸਾਫ ਪਸੰਦ ਉਸ ਜਗ੍ਹਾ ਤੇ ਕਾਜ਼ੀ, ਉਸਨੇ ਵਾਪਸ ਭੇਜ ਦਿੱਤੀ। ਕਹਿੰਦਾ ਇਹਦੀਆਂ ਚੀਜ਼ਾਂ ਨਹੀਂ ਚਾਹੀਦੀਆਂ, ਖੁਦਾ ਦੇ ਘਰ ਵਿੱਚ ਐਸੇ ਗੁਨਾਹਗਾਰ ਤੇ ਪਾਪੀ ਬਾਦਸ਼ਾਹ ਦੀ ਕੋਈ ਚੀਜ਼ ਲੱਗੇ ਮੈਂ ਨਹੀਂ ਹੋਣ ਦਿਆਂਗਾ। ਮਗਰਲਿਆਂ ਨੇ ਕਬੂਲ ਕਰ ਲਈਆਂ ਹੋਣਗੀਆਂ, ਪਰ ਉਹਦੇ ਦਿਲ ਵਿੱਚ ਵੱਜੀ ਵੀ ਬੰਦਾ ਇਹਨੇ ਗੁਨਾਹ ਕਰ ਰਿਹਾ, ਨਾ ਜ਼ੁਲਮ ਕਰ ਰਿਹਾ ਉੱਥੇ, ਤੇ ਖੁਦਾ ਦੇ ਘਰ 'ਚ ਚਾਰ ਚੀਜ਼ਾਂ ਦੇ ਕੇ ਸਾਫ਼ ਹੋਣਾ ਚਾਹੁੰਦਾ, ਬਰੀ ਹੋਣਾ ਚਾਹੁੰਦਾ। ਨਹੀਂ, ਆਪਣੇ ਆਪ ਨੂੰ ਸੁਧਾਰੇ ਜੇ ਮੂਮਨ ਬਣਨਾ ਹੈ। ਜੇ ਖੁਦਾ ਦੀ ਖਿਦਮਤ ਕਰਨੀ ਹੈ, ਸੇਵਾ ਕਰਨੀ ਹੈ, ਤਾਂ ਖਲਕਤ ਦੀ ਸੇਵਾ ਕਰੇ। ਪਰ ਵੇਖੋ ਪਖੰਡ ਉਹਨੂੰ ਉਨਾ ਹੀ ਵੱਡਾ ਕਰਨਾ ਪਿਆ। ਦਮ ਉਹਨੇ ਕੀਤਾ ਬਹੁਤ ਜ਼ਿਆਦਾ, ਪਰ ਉਹ ਸਾਰਾ ਆਪਣੇ ਗੁਨਾਹ ਨੂੰ ਢੱਕਣ ਵਾਸਤੇ ਕੀਤਾ, ਚੰਗੇ ਬਣਨ ਵਾਸਤੇ ਨਹੀਂ ਕੀਤਾ। ਇੱਕ ਭਾਵ ਹੁੰਦਾ ਹੈ ਬੰਦਾ ਧਰਮ ਨੂੰ ਕਮਾ ਰਿਹਾ ਤਾਂ ਕਿ ਮੈਂ ਧਰਮੀ ਬਣ ਜਾਵਾਂ, ਪਰ ਇੱਕ ਕੋਸ਼ਿਸ਼ ਹੈ ਮੇਰਾ ਪਾਪ ਹੀ ਢੱਕਿਆ ਜਾਏ, ਲੋਕਾਂ ਦੀ ਨਜ਼ਰ ਉਸ ਪਾਸੇ ਨਾ ਜਾਏ। ਇਹਦਾ ਮਤਲਬ ਬੰਦਾ ਚਤੁਰਾਈ ਕਰ ਰਿਹਾ, ਡਬਲ ਕ੍ਰਾਸਿੰਗ ਕਰ ਰਿਹਾ, ਦੋਹਰਾ ਜੀਵਨ ਜੀ ਰਿਹਾ। ਬੁਰਾਈ ਵੀ ਨਹੀਂ ਛੱਡਣੀ ਤੇ ਕੁਝ ਗਿਣਤੀ ਦੇ ਕੰਮ ਕਰਕੇ ਲੋਕਾਂ ਨੂੰ ਭੁਲੇਖਾ ਜ਼ਰੂਰ ਪਾਈ ਰੱਖਣਾ ਵੀ ਮੈਂ ਧਰਮੀ ਹਾਂ, ਮੈਂ ਚੰਗਾ ਹਾਂ, ਮੈਂ ਵਧੀਆ ਹਾਂ। ਉਸ ਬਿਰਤੀ ਵਾਲੇ ਨੂੰ ਗੁਰੂ ਪਾਤਸ਼ਾਹ ਨੇ ਕਰਮਕਾਂਡੀ ਆਖਿਆ। ਧਿਆਨ ਦੇਣਾ, ਉਸ ਬਿਰਤੀ ਵਾਲੇ ਨੂੰ ਕਰਮਕਾਂਡੀ ਆਖਿਆ ਵੀ ਮਕਸਦ ਚੰਗੇ ਬਣਨਾ ਨਹੀਂ, ਮਕਸਦ ਧਰਮ ਕਮਾਉਣਾ ਨਹੀਂ, ਮਕਸਦ ਧਰਮ ਵਿਖਾਉਣਾ ਹੈ। ਲੋਕ ਵੇਖ ਲੈਣ, ਬਸ ਗੱਲ ਇੱਥੇ ਖਲੋਤੀ ਹੋਈ ਹੈ। ਤੇ ਜੇ ਮਕਸਦ ਸਾਰੀ ਜ਼ਿੰਦਗੀ ਦਾ, ਸਾਰੀ ਮਿਹਨਤ ਦਾ ਇਹੋ ਹੀ ਹੈ ਵੀ ਲੋਕ ਮੇਰਾ ਧਰਮ ਵੇਖ ਲੈਣ, ਤੇ ਖਿਮਾ ਕਰਨਾ, ਫਿਰ ਬੰਦੇ ਦੀ ਸਾਰੀ ਉਮਰ, ਸਾਰੀ એનર્ਜੀ, ਸਾਰੀ ਕੋਸ਼ਿਸ਼ ਧਰਮ ਦਾ ਚਿਹਰਾ ਮੋਰਾ ਵਿਖਾਉਂਦਿਆਂ ਲੰਘ ਜਾਏਗੀ, ਵੰਡ ਦਾ ਸਮਾਂ ਹੀ ਨਹੀਂ ਰਹਿ ਜਾਏਗਾ। ਤੇ ਗੁਰਮਤਿ ਨੇ ਵੱਖਰੀ ਗੱਲ ਕੀਤੀ, ਕਹਿੰਦੇ ਧਰਮੀ ਬਣ ਜਾ, ਲੋਕਾਂ ਨੂੰ ਆਪੇ ਹੀ ਪਤਾ ਲੱਗ ਜਾਏਗਾ। ਫੁੱਲ ਚੋਂ ਸੁਗੰਧੀ ਆਉਂਦੀ ਹੈ, ਉਹ ਕੋਈ ਐਡਵਰਟਾਈਜ਼ਮੈਂਟ ਕਰ ਨਹੀਂ ਜਾਂਦਾ, ਜਿੱਥੇ ਹੈ ਉਹ ਤੇ ਚੱਲ ਫਿਰ ਵੀ ਉੱਥੇ ਹੀ ਹੈ। ਹਵਾ ਆਉਂਦੀ ਹੈ, ਉਹਦੀ ਸੁਗੰਧੀ ਨੂੰ ਉਡਾ ਕੇ ਨਾਲ ਲੈ ਜਾਂਦੀ ਹੈ, ਜਿਹਦੇ ਜਿਹਦੇ ਨੱਕ ਤੱਕ ਪਹੁੰਚਦੀ ਉਹ ਮਹਿਸੂਸ ਕਰਦਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਇਸੇ ਕਰਕੇ ਕਿਹਾ, ਰਤਨ ਲੁਕਾਇਆ ਲੁਕੈ ਨਾਹੀ, ਜੇ ਕੋ ਰੱਖੈ ਲੁਕਾਈ। ਉਸ ਕੀਮਤੀ ਦਾਤ ਨੂੰ ਲੁਕਾਇਆ ਨਹੀਂ ਜਾ, ਉਹ ਆਪੇ ਪਹੁੰਚ ਜਾਏ। ਹਰ ਕਾ ਭਗਤ ਪ੍ਰਗਟ ਨਹੀਂ ਛਪੈ, ਉਹ ਲੁਕ ਨਹੀਂ ਸਕਦਾ, ਉਹਦੇ ਗੁਣਾਂ ਦੀ ਸੁਗੰਧ ਪਹੁੰਚੇਗੀ ਦੂਰ ਤੱਕ। ਪਰ ਬਹੁਤਾਤ ਸੰਸਾਰ ਵਿੱਚ ਐਸੇ ਹਨ ਜਿਹੜੇ ਦੱਸਣ ਉੱਤੇ ਸਮਾਂ ਵੇਸਟ ਜ਼ਿਆਦਾ ਕਰਦੇ ਨੇ, ਕਮਾਈ ਦਾ ਉਹਨਾਂ ਕੋਲ ਸਮਾਂ ਹੀ ਨਹੀਂ ਬਚਦਾ। ਇਸ ਕਰਕੇ ਕੋਸ਼ਿਸ਼ ਹੁੰਦੀ ਹੈ ਮੇਰੇ ਵਰਗਾ ਸਧਾਰਨ ਤੋਂ ਸਧਾਰਨ ਬੰਦਾ ਵੀ ਆਪਣੇ ਨਾਂ ਨੂੰ ਏਡਾ ਵੱਡਾ ਕਰ ਲੈਂਦਾ ਹੈ। ਨਾਂ ਦੇ ਅੱਗੇ ਪਿੱਛੇ 2-4 ਲਕਬ ਇੱਧਰ ਲਾਏ, ਦੁਨੀਆ ਜਿਸ ਵੇਲੇ
ਮੇਰੀ ਆਇਡੈਂਟੀਟੀ, ਮੇਰੀ ਪਛਾਣ ਵੇਖੇ ਤੇ ਉਹ ਮਹਿਸੂਸ ਕਰੇ ਬੰਦਾ ਕੁਝ ਖਾਸ ਲੱਗਦਾ ਹੈ। ਧਰਮ ਦੇ ਖੇਤਰ 'ਚ ਇਹਦੀ ਕੋਈ ਬਹੁਤ ਜ਼ਿਆਦਾ ਕਮਾਈ ਜਾਂ ਰੱਬ ਤੱਕ ਬਹੁਤ ਚੰਗੀ ਪਹੁੰਚ ਹੈ, ਪਰ ਹੁੰਦਾ ਕੇਵਲ ਉਹ ਨਾਮ ਹੀ ਵੱਡਾ ਹੈ, ਕਿਰਦਾਰ ਬਹੁਤ ਛੋਟਾ ਹੁੰਦਾ ਹੈ, ਬਹੁਤ ਨੀਵਾਂ ਹੁੰਦਾ ਹੈ। ਇਸੇ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਇਹੋ ਜਿਹੇ ਭੁਲੇਖਿਆਂ ਤੇ ਕਰਮ ਕਾਂਡਾਂ ਦੀ ਜ਼ਿੰਦਗੀ ਤੋਂ ਮੁਕਤ ਕਰਦਿਆਂ ਧਰਮ ਦੀ ਕਮਾਈ ਦੇ ਉੱਤੇ ਸਾਨੂੰ ਜ਼ੋਰ ਦੇਣ ਵਾਸਤੇ ਆਖਿਆ ਹੈ। ਅਗਰ ਆਪਣੀ ਜ਼ਿੰਦਗੀ ਦਾ ਸਮਾਂ ਸਫਲਾ ਕਰਨਾ ਚਾਹੁੰਦਾ ਹੈ ਤੇ ਕਮਾਉਣ ਉੱਤੇ ਜ਼ੋਰ ਲਾ, ਵਿਖਾਉਣ ਦੀ ਜ਼ਰੂਰਤ ਨਹੀਂ ਪਏਗੀ। ਲੋਕ ਆਪ ਹੀ ਜਾਣ ਜਾਣਗੇ, ਜਿਹਦੇ ਨਾਲ ਤੂੰ ਵਿਹਾਰ ਕਰੇਗਾ ਉਹਨੂੰ ਪਤਾ ਲੱਗ ਜਾਏਗਾ ਬੰਦਾ ਕਿੰਨੇ ਕੁ ਪਾਣੀ 'ਚ। ਲੋਕ ਭੁਲੇਖਾ ਖਾਂਦੇ ਹਨ। ਜਿਸ ਵੇਲੇ ਕਿਸੇ ਨਾਲ ਠੱਗੀ ਹੋ ਜਾਂਦੀ ਏ, ਜਿਸ ਨੂੰ ਮਾਲੂਮ ਪਤਾ ਲੱਗ ਜਾਏ, ਉਹੋ ਹੀ ਬੰਦਾ ਬਾਅਦ ਵਿੱਚ ਆਖਦਾ, ਮੈਂ ਜਾਣਿਆ ਵਡਹੰਸ ਹੈ ਤਾਂ ਮੈਂ ਕੀਤਾ ਸੰਗ, ਜੇ ਜਾਣਾ ਬਗ ਬਪੜਾ ਜਨਮ ਨਾ ਭੇੜੀਆਂ। ਇੱਥੇ ਫਰਕ ਹੈ। ਇਸ ਵਾਸਤੇ ਸਤਿਗੁਰੂ ਧੰਨ ਗੁਰੂ ਨਾਨਕ ਮਹਾਰਾਜ ਜਿਸ ਵੇਲੇ ਹਰਿਦੁਆਰ ਜਾਂਦੇ ਨੇ, ਇੱਕ ਪੰਡਾ, ਉਹਨੂੰ ਕਲਯੁਗੀ, ਉਹਦਾ ਨਾਂ ਸੀ ਕਲਯੁਗ, ਕਲਯੁਗੀ ਪੰਡਾ ਬੈਠਾ ਹੋਇਆ, ਲੋਕ ਉਹਦੇ ਸਾਹਮਣੇ ਪੁੱਛਣਾ ਪਵਾਉਣ ਵਾਲੇ, ਭਵਿੱਖ ਪੁੱਛਣ ਵਾਲੇ, ਇਸ ਤਰ੍ਹਾਂ ਦੇ ਕਈ, ਬੰਦਾ ਘਿਰਿਆ ਹੁੰਦਾ ਕਿਸੇ ਹੋਰ ਮੁਸ਼ਕਲ ਵਿੱਚ, ਹੱਥ ਪੈਰ ਮਾਰਦਾ, ਸ਼ਾਇਦ ਕੋਈ ਜਾਦੂ ਹੋ ਜਾਏ, ਕੋਈ ਕਰਾਮਾਤ ਹੋ ਜਾਏ, ਕੋਈ ਐਸੀ ਘਟਨਾ ਵਾਪਰ ਜਾਏ, ਕੋਈ ਬੰਦਾ ਇਸ ਵਿੱਚ ਇਸ ਤਰ੍ਹਾਂ ਦਾ ਮੇਰੀ ਇਸ ਮੁਸ਼ਕਲ ਨੂੰ ਇਵੇਂ ਦੂਰ ਕਰਦਾ ਹੈ ਵੀ ਉਹਦੀ ਰੱਬ ਤੱਕ ਪਹੁੰਚ ਹੋਵੇ, ਤਾਂ ਸ਼ਾਰਟਕਟ ਲੱਭਦਾ ਬੰਦਾ। ਉਹ ਫਿਰ ਐਸੇ ਲੋਕਾਂ ਦੇ ਚੁੰਗਲ ਵਿੱਚ ਫਸ ਜਾਂਦਾ ਹੈ। ਅਣਗਿਣਤ ਦੁਨੀਆ ਹੈ ਜਿਹੜੀ ਇਸ ਚੱਕਰ ਵਿੱਚ ਫਸੀ ਹੋਈ ਹੈ। ਮੈਨੂੰ ਇੱਕ ਮਿੱਤਰ ਕਹਿੰਦੇ ਸਨ, ਕਹਿੰਦੇ ਵੀ ਤੁਸੀਂ ਇੰਨਾ ਜ਼ੋਰ ਤੇ ਲਾ ਰਹੇ ਹੋ, ਜਿਹੜਾ ਵੀ ਬਾਣੀ ਪੜ੍ਹਦਾ ਹੈ, ਬਾਣੀ ਨੂੰ ਪ੍ਰਚਾਰਦਾ, ਉਹਦੀ ਕੋਸ਼ਿਸ਼ ਹੈ, ਜਿਹੜਾ ਸੱਚ ਨੂੰ ਜਾਣਦਾ ਉਹ ਕਹਿੰਦਾ ਵੀ ਲੋਕੋ ਇਹਨਾਂ ਭਰਮਾਂ ਵਹਿਮਾਂ ਪਖੰਡਾਂ ਚੋਂ ਨਿਕਲੋ। ਕਹਿਣ ਲੱਗਾ ਅਸਲ 'ਚ ਤੁਸੀਂ ਨੁਕਸਾਨ ਪਤਾ ਕਿੱਡਾ ਵੱਡਾ ਕਰ ਰਹੇ ਹੋ। ਮੈਂ ਕਿਹਾ ਉਹ ਕਿਵੇਂ? ਕਹਿਣ ਲੱਗਾ ਜਿੰਨੇ ਬੰਦੇ ਵਹਿਮਾਂ ਤੇ ਭਰਮਾਂ ਚੋਂ ਕੱਢਣ ਦਾ ਸਾਡੇ ਇਸ ਮੁਲਕ ਵਿੱਚ ਦਾਅਵਾ ਕਰ ਰਹੇ ਨੇ ਨਾ, ਉਹ ਮੁਲਕ ਨੂੰ ਨਵੀਂ ਮੁਸੀਬਤ ਵਿੱਚ ਫਸਾ ਰਹੇ ਨੇ। ਬੜੀ ਅਚੰਭੇ ਵਾਲੀ ਗੱਲ ਸੀ। ਮੈਂ ਕਿਹਾ ਇਹ ਤਾਂ ਸੁਣਿਆ ਵੀ ਜੇ ਲੋਕ ਆ ਸਿਸਟਮ ਚੋਂ ਬਾਹਰ ਆ ਜਾਣ ਤੇ ਬਚ ਸਕਦੇ ਨੇ, ਪਰ ਆ ਨਵੀਂ ਗੱਲ ਕਹਿ ਦਿੱਤੀ ਹੈ ਕਿ ਜੇ ਲੋਕਾਂ ਦੇ ਵਹਿਮ ਛੁੱਟ ਗਏ, ਭਰਮ ਛੁੱਟ ਗਏ ਤੇ ਦੇਸ਼ ਮੁਸੀਬਤ 'ਚ ਫਸ ਜਾਏਗਾ। ਮੈਂ ਕਿਹਾ ਇਹ ਕਿਵੇਂ? ਕਹਿਣ ਲੱਗਾ ਤੁਸੀਂ ਸਰਕਾਰੀ ਹਸਪਤਾਲਾਂ 'ਚ ਜਾਂਦੇ ਹੋ, ਉੱਥੇ ਡਾਕਟਰ ਵੇਖੇ ਨੇ? ਮੈਂ ਕਿਹਾ ਬਹੁਤ ਘੱਟ। ਕਹਿੰਦਾ ਚੰਗੀਆਂ ਦਵਾਈਆਂ ਦਾ ਪ੍ਰਬੰਧ ਹੈ? ਮੈਂ ਕਿਹਾ ਬਿਲਕੁਲ ਨਹੀਂ। ਸਕੂਲਾਂ 'ਚ ਚੰਗੀ ਵਿੱਦਿਆ ਦਾ ਪ੍ਰਬੰਧ ਹੈ? ਮੈਂ ਕਿਹਾ ਬਿਲਕੁਲ ਨਹੀਂ। ਪੜ੍ਹਾਈ ਬਹੁਤ ਮਹਿੰਗੀ ਹੈ ਤੇ ਪ੍ਰਾਈਵੇਟ ਤੌਰ ਤੇ ਕਰਨੀ ਪੈਂਦੀ ਹੈ। ਲੋਕਾਂ ਨੂੰ ਦੇਣ ਵਾਸਤੇ ਸਾਡੇ ਵੱਡੇ ਤੰਤਰ ਕੋਲ, ਸਿਸਟਮ ਕੋਲ ਕੋਈ ਪ੍ਰਬੰਧ ਹੈ? ਮੈਂ ਕਿਹਾ ਨਾ ਮਾਤਰ ਹੈ। ਕਹਿਣ ਲੱਗਾ ਹੁਣ ਤੁਸੀਂ ਦੱਸੋ, ਜੇ ਲੋਕ ਹਸਪਤਾਲਾਂ 'ਚ ਪ੍ਰਬੰਧ ਨਹੀਂ, ਉਥੋਂ ਦਵਾਈਆਂ ਨਹੀਂ ਖਾ ਸਕਦੇ, ਘੱਟੋ ਘੱਟ ਸਵਾਹ ਦੀਆਂ ਪੁੜੀਆਂ ਖਾ ਖੂ ਕੇ ਭਰਮਤਾ ਬਣਾਈ ਰੱਖਦੇ ਨੇ ਪਰ ਅਸੀਂ ਠੀਕ ਹੋ ਜਾਵਾਂਗੇ, ਜੇ ਇਹ ਵੀ ਸਾਰੇ ਲੋਕ ਆਪਣੀਆਂ ਦੁਕਾਨਾਂ ਬੰਦ ਕਰ ਜਾਣ, ਇਹ ਦੁਨੀਆ ਕਿਹੜੇ ਖੂਹ 'ਚ ਡਿੱਗੇ, ਕਿੱਥੇ ਗਰਕ ਹੋਏ, ਇਹ ਕਿਹੜੇ ਪਾਸੇ ਜਾਏਗੀ? ਜੇ ਇੰਨੇ ਲੋਕਾਂ ਨੂੰ ਅਕਲ ਆ ਗਈ, ਦੇਸ਼ ਚੱਲੇਗਾ ਕਿਵੇਂ? ਇਸ ਸਿਸਟਮ ਦਾ ਕੀ ਬਣੇਗਾ? ਲੋਕ ਕਿਹੜੇ ਪਾਸੇ ਜਾਣਗੇ? ਇੱਥੇ ਤਾਂ ਇੱਕ ਤਰ੍ਹਾਂ ਦੀ ਸਿਵਲ ਵਾਰ ਵਰਗਾ ਮਾਹੌਲ ਬਣ ਜਾਏਗਾ। ਮੈਨੂੰ ਉਹਦੀ ਗੱਲ ਬੜੀ ਵਾਰ ਯਾਦ ਆਉਂਦੀ ਹੈ ਵੀ ਕਿਧਰੇ ਐਸਾ ਤੇ ਨਹੀਂ ਕਿ ਉੱਪਰਲੇ ਸਿਸਟਮ ਨੂੰ ਇੱਕ ਗੱਲ ਵਾਰਾ ਖਾਂਦੀ ਏ, ਜਾਂ ਕਿਸੇ ਮਨੁੱਖ ਨੂੰ ਇਹ ਗੱਲ ਵਾਰਾ ਖਾਂਦੀ ਏ ਵੀ ਅਸੀਂ ਸਦਾ ਅਗਿਆਨੀ ਬਣੇ ਰਹੀਏ ਤੇ ਉਹਨਾਂ ਦਾ ਕੰਮ ਚੱਲਦਾ ਰਹੇ। ਸਾਡੀ ਅਗਿਆਨਤਾ ਵਿੱਚੋਂ ਉਹ ਬਹੁਤ ਕੁਝ ਕੱਢ ਲੈਂਦੇ ਨੇ, ਯਾਨੀ ਕਿ ਸਾਨੂੰ ਕਮਜ਼ੋਰ ਰੱਖਣ ਦੇ ਪਿੱਛੇ ਕਿਸੇ ਦੀ ਤਾਕਤ ਬਣੀ ਰਹਿੰਦੀ ਹੈ। ਗੁਰੂ ਨਾਨਕ ਮਹਾਰਾਜ ਨੇ ਇਸ ਸਚਾਈ ਦੇ ਦਰਸ਼ਨ ਲੋਕਾਂ ਨੂੰ ਕਰਵਾਏ ਔਰ ਆਖਿਆ ਦਰਅਸਲ ਕੋਈ ਤੁਹਾਨੂੰ ਨਹੀਂ ਵਰਤ ਸਕਦਾ, ਤੁਹਾਡੀ ਅਗਿਆਨਤਾ ਹੀ ਤੁਹਾਡੇ ਲਈ ਸਭ ਤੋਂ ਵੱਡਾ ਸ਼ਰਾਪ ਹੈ। ਜੇ ਇਸ ਅਗਿਆਨਤਾ ਨੂੰ ਜੀਵਨ 'ਚ ਕੱਢ ਲਓ ਤੇ ਤੁਹਾਡਾ ਜੀਵਨ ਵੀ ਬਹੁਤ ਸਾਫ਼ ਸੁਥਰਾ ਤੇ ਵਧੀਆ ਬਣ ਸਕਦਾ ਹੈ। ਬੰਦੇ ਦੀ ਵੈਰੀ ਹੈ ਸਭ ਤੋਂ ਵੱਧ ਉਸ ਦੀ ਆਪਣੀ ਅਗਿਆਨਤਾ, ਉਹਦਾ ਅੰਧ ਵਿਸ਼ਵਾਸ, ਉਹਦਾ ਗਲਤ ਪਾਸੇ ਤੁਰਨਾ, ਤੇ ਜੇ ਉਹ ਮੰਦੇ ਪਾਸੇ ਪੈਰ ਨਾ ਰੱਖੇ ਤੇ ਉਹਦਾ ਜੀਵਨ ਵੀ ਸਵਰ ਸਕਦਾ ਹੈ। ਗੁਰੂ ਨਾਨਕ ਮਹਾਰਾਜ ਤਾਂ ਹਰ ਮਨੁੱਖ ਨੂੰ ਇਹ ਅਹਿਸਾਸ ਕਰਾਉਣਾ ਚਾਹੁੰਦੇ ਨੇ ਵੀ ਤੂੰ ਵੀ ਰੱਬ ਦੀ ਇੱਕ ਖਾਸ ਕਿਰਤ ਹੈ। ਆਪਣੇ ਮੂਲ ਨੂੰ ਸਮਝ, ਆਪਣੇ ਮੂਲ ਨੂੰ ਪਛਾਣ ਤੇ ਸੁਖੀ ਤੇ ਆਪਣੇ ਹੱਕਾਂ ਵਾਲਾ ਜੀਵਨ ਜੀ। ਇਹ ਮਹਿਸੂਸ ਕਰਾਉਣਾ ਗੁਰੂ ਨਾਨਕ ਦਾ ਕਰਤੱਵ ਹੈ। ਉਹਨਾਂ ਨੇ ਕਰਵਾਇਆ। ਮੁਸ਼ਕਲ ਵੀ ਬੜੀ ਸੀ, ਪਰ ਕਿਉਂਕਿ ਉਹਨਾਂ ਦੇ ਅੰਦਰ ਇੱਕ ਦਰਦ ਹੈ, ਉਹਨਾਂ ਦੇ ਅੰਦਰ ਇੱਕ ਤਰਸ ਹੈ ਹਰ ਇੱਕ ਮਨੁੱਖ ਦੇ ਪ੍ਰਤੀ
ਉਹਨਾਂ ਦੇ ਅੰਦਰ ਇੱਕ ਪ੍ਰੇਮ ਹੈ, ਤਾਂ ਉਹਨੂੰ ਚੇਤਾ ਜ਼ਰੂਰ ਕਰਵਾਇਆ ਵੀ ਐਵੇਂ ਭਟਕਣਾ, ਆਪਣੇ ਮੂਲ ਨੂੰ ਸੰਭਾਲ, ਆਪਣੇ ਮੁੱਢ ਨੂੰ ਵੇਖ, ਆਪਣੀ ਹੋਂਦ ਤੇ ਹਸਤੀ ਦੀ ਪਹਿਚਾਣ ਕਰ, ਤੂੰ ਕੀ ਹੈ। ਸਤਿਗੁਰੂ ਗੁਰੂ ਨਾਨਕ ਮਹਾਰਾਜ ਜਿਸ ਵੇਲੇ ਉਹ ਜਗ੍ਹਾ ਤੇ ਜਾਂਦੇ ਨੇ, ਉਹ ਲੋਕਾਂ ਨੂੰ, ਲੋਕ ਬੈਠੇ ਹੋਏ ਸਨ, ਉਹ ਸਮਾਧੀ ਲਾਉਂਦਾ ਹੈ, ਅੱਖਾਂ ਬੰਦ ਕਰਦਾ ਹੈ, ਉੱਚੀ ਉੱਚੀ ਕੁਝ ਨਾ ਕੁਝ ਬੋਲਦਾ ਹੈ ਤੇ ਲੋਕਾਂ ਨੂੰ ਕਹਿੰਦਾ, ਹੁਣ ਮੈਂ ਸ਼ਿਵਪੁਰੀ ਪਹੁੰਚ ਗਿਆ ਹਾਂ, ਹੁਣ ਮੈਂ ਇੰਦਰਪੁਰੀ ਵਿੱਚ ਹਾਂ। ਲੋਕਾਂ ਨੂੰ ਭਵਿੱਖ ਦੱਸ ਰਿਹਾ, ਲੰਮੀਆਂ ਸਮਾਧੀਆਂ ਲਾਉਣ ਦਾ ਵਿਖਾਵਾ ਕਰ ਰਿਹਾ। ਸਾਖੀਕਾਰਾਂ ਨੇ ਕੁਝ ਇਸ ਨੂੰ ਵਿਅੰਗਮਈ ਢੰਗ ਨਾਲ ਅੰਕਿਤ ਕੀਤਾ। ਉਹ ਕਹਿੰਦੇ ਵੀ ਗੁਰੂ ਸਾਹਿਬ ਨੇ ਇਸ਼ਾਰਾ ਕੀਤਾ, ਭਾਈ ਮਰਦਾਨਾ ਜੀ ਨੇ ਉਹਦਾ ਲੋਟਾ ਜਿਹ 'ਚ ਲੋਕ ਭੇਟਾ ਵਗੈਰਾ ਲਿਆ ਕੇ ਪਾਉਂਦੇ ਸਨ, ਉਹ ਚੁੱਕ ਕੇ ਥੋੜਾ ਜਿਹਾ ਪਾਸੇ ਰੱਖ ਦਿੱਤਾ, ਕਿਉਂਕਿ ਸਮਾਧੀ ਲੱਗ ਤਾਂ ਉਹਦੇ ਵਾਸਤੇ ਹੀ ਰਹੀ ਸੀ। ਇਹਨਾਂ ਸਾਰਾ ਵਿਖਾਵਾ ਹੋ ਤਾਂ ਉਹਦੇ ਕਾਰਨ ਹੀ, ਅਗਰ ਉਹੀ ਚੀਜ਼ ਨਹੀਂ ਤਾਂ ਮਤਲਬ ਕੀ ਹੈ? ਉਹਦੇ ਵਾਸਤੇ ਹੀ ਸਭ ਕੁਝ ਹੋ ਰਿਹਾ। ਜਿਸ ਵੇਲੇ ਉਹਨਾਂ ਅੱਖਾਂ ਖੋਲੀਆਂ, ਉਹ ਲੋਹਾ ਲਾਖਾ ਹੋ ਗਿਆ, ਕਿਉਂਕਿ ਤੁਸੀਂ ਲੋਕਾਂ ਨੂੰ ਭਾਵੇਂ ਧਰਮ ਦੇ ਨਾਂ ਤੇ ਜਿੰਨਾ ਮਰਜ਼ੀ ਉਲਝਾਈ ਜਾਓ, ਪਰ ਕਿਸੇ ਦੀ ਇੰਨੀ ਜੁਰਤ ਨਹੀਂ ਹੋਣੀ ਚਾਹੀਦੀ ਵੀ ਤੁਹਾਨੂੰ ਮਖੌਲ ਕਰ ਸਕੇ, ਤੁਹਾਡੇ ਪਖੰਡ ਤੇ ਚੋਟ ਕਰੇ। ਇਹਨੂੰ ਰੱਬ ਦੀ ਸ਼ਰੀਕੇਬਾਜ਼ੀ ਸਮਝਿਆ ਜਾਏਗਾ। ਜਾਨੀ ਤੁਸੀਂ ਮੇਰੇ ਨਾਲ ਥੋੜੀ ਕੀਤਾ, ਤੁਸੀਂ ਤਾਂ ਰੱਬ ਦੀ ਰਜ਼ਾ ਤੋਂ ਉਲਟ ਕੰਮ ਕੀਤਾ, ਕਿਉਂਕਿ ਮੈਂ ਹੀ ਰੱਬ ਹਾਂ, ਮੇਰੀ ਰੱਬ ਤੱਕ ਪਹੁੰਚ। ਇਹ ਭਰਮ ਬਣਿਆ ਹੋਇਆ। ਗੁਰੂ ਨਾਨਕ ਮਹਾਰਾਜ ਇਸ ਵੇਲੇ ਉਸ ਨੂੰ ਲੋਹਾ ਲਾਖਾ ਹੋਇਆ, ਗੁੱਸੇ 'ਚ ਬੋਲਦਾ ਵੇਖਦੇ ਨੇ ਤੇ ਇਹਨਾਂ ਕਹਿੰਦੇ ਨੇ, ਪੰਡਤ ਜੀ ਛੱਡੋ, ਤੁਹਾਡੀ ਤੇ ਪਹੁੰਚ ਬੜੀ ਦੂਰ ਤੱਕ ਹੈ, ਅੱਖਾਂ ਬੰਦ ਕਰੋ, ਸਮਾਧੀ ਲਓ, ਲੋਟਾ ਲੱਭ, ਕਿੰਨੀ ਕੁ ਦੂਰ ਚਲਿਆ ਗਿਆ ਹੋਏਗਾ। ਜਿਹੜਾ ਇੰਦਰਪੁਰੀ ਜਾ ਸਕਦਾ ਹੈ, ਸ਼ਿਵਪੁਰੀ ਜਾ ਸਕਦਾ ਹੈ, ਬ੍ਰਹਮ ਲੋਕ ਵਿੱਚ ਜਾ ਸਕਦਾ ਹੈ, ਉਹ ਤੁਹਾਡਾ ਕਮੰਡਲ ਤੇ ਲੋਟਾ ਜਿਹੜਾ ਕਿਸੇ ਨੇ ਚੁੱਕਿਆ, ਇੱਥੋਂ ਕਿੰਨੇ ਕੁ ਕਦਮ ਦੂਰ ਹੋਏਗਾ। ਤੁਹਾਡੇ ਲਈ ਤਾਂ ਬਹੁਤ ਸਹਿਲਾ ਕੰਮ ਹੈ, ਸੌਖਾ ਕੰਮ ਹੈ। ਤੁਹਾਨੂੰ ਕਿਸੇ ਨੂੰ ਮੰਦਾ ਚੰਗਾ ਬੋਲਣ ਦੀ ਲੋੜ ਹੀ ਨਹੀਂ, ਫੱਬਦੀ ਨਹੀਂ ਗੱਲ। ਤੁਸੀਂ ਧਰਮ ਆਤਮਾ ਹੋ, ਇਸ ਵਾਸਤੇ ਲੱਭ ਲਓ, ਸਮਾਧੀ ਰਾਹੀਂ ਧਿਆਨ ਲਾ ਕੇ ਲੱਭਣ ਦੀ ਕੋਸ਼ਿਸ਼ ਕਰੋ। ਪਰ ਕਿੱਥੋਂ ਲੱਭੇਗਾ? ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਅੱਖੀਂ ਤਾਂ ਮੀਟੈਂ, ਨਾਕ ਪਕੜੈਂ, ਠੱਗਣ ਕਹੋ ਸੰਸਾਰ। ਸਾਰੀ ਦੌੜ ਤਾਂ ਕੇਵਲ ਲੋਕਾਂ ਦੀਆਂ ਕਮਜ਼ੋਰੀਆਂ ਚੋਂ ਖੱਟੀ ਖੱਟਣ ਦੀ ਸੀ। ਕੋਈ ਪ੍ਰੋਬਲਮ ਵਿੱਚ ਹੋਏ ਤੇ ਮੈਂ ਉਸ ਨੂੰ ਯੂਜ਼ ਕਰਾਂ। ਗੌਰ ਕਰਨਾ, ਸਿਆਣੇ ਲੋਕਾਂ ਨੇ ਇੱਕ ਗੱਲ ਤਤ ਨਤੀਜਾ ਕੱਢਿਆ, ਕਹਿੰਦੇ ਆਪਣੀ ਜੀਵਨ ਦੀ ਕੋਈ ਵੀ ਕਮਜ਼ੋਰੀ ਕਿਸੇ ਚਾਤੁਰ ਜਾਂ ਚਲਾਕ ਬੰਦੇ ਨੂੰ ਕਦੇ ਨਾ ਦੱਸੋ। ਕਿਉਂ? ਉਸ ਕਮਜ਼ੋਰੀ ਨੂੰ ਪੌੜੀ ਬਣਾ ਲਏਗਾ ਤਾਂ ਚੜ੍ਹਨ ਵਾਸਤੇ। ਤੁਹਾਨੂੰ ਮਿਸਯੂਜ਼ ਕਰਦਾ ਰਹੇਗਾ ਸਾਰੀ ਜ਼ਿੰਦਗੀ, ਬਲੈਕਮੇਲ ਕਰਦਾ ਰਹੇਗਾ, ਲੁੱਟਦਾ ਰਹੇਗਾ। ਉਸ ਨੂੰ ਦੱਸੋ ਜਿਹੜਾ ਕੋਈ ਦਾਰੂ ਲਾ ਸਕਦਾ, ਕੋਈ ਉਸ ਦਰਦ ਦੀ ਦਵਾ ਦੇ ਸਕਦਾ, ਉਸ ਨੂੰ ਦੱਸੋ। ਉਸ ਨੂੰ ਬਿਲਕੁਲ ਨਾ ਦੱਸੋ ਜਿਹੜਾ ਸਾਰੀ ਉਮਰ ਤੁਹਾਡੇ ਨਾਲ ਚਲਾਕੀਆਂ ਕਰਦਾ ਰਹੇ। ਔਰ ਬਹੁਤੀ ਦੁਨੀਆ ਫਾਸੀ ਇਸ ਚੱਕਰ ਵਿੱਚ ਜਾਂਦੀ ਹੈ। ਆਪਣੇ ਘਰਾਂ ਦੀਆਂ ਆਪਣੀਆਂ ਨਿੱਜੀ ਆਪਣੀ ਐਸੀਆਂ ਕਮਜ਼ੋਰੀਆਂ ਅਸੀਂ ਜਿਨ੍ਹਾਂ ਲੋਕਾਂ ਦੇ ਕੋਲ ਜਾ ਕੇ ਦੱਸਦੇ ਹਾਂ, ਉਹ ਫਿਰ ਸਾਰੀ ਉਮਰ ਉਹਦੇ ਚੋਂ ਕਮਾਈ ਕਰਦੇ ਰਹਿੰਦੇ ਨੇ। ਸਾਡੀ ਜ਼ਖਮਾਂ ਨੂੰ ਕੁਰੇਦ ਕੇ ਹੱਲ ਉਲਟੇ ਪੁਲਟੇ ਦੱਸ ਕੇ ਸਾਨੂੰ ਲੁੱਟਦੇ ਰਹਿੰਦੇ ਨੇ। ਫਿਰ ਅਸੀਂ ਐਸੇ ਕਸੂਤੇ ਫਸ ਜਾਂਦੇ ਹਾਂ ਵੀ ਕਿਸੇ ਦੂਜੇ ਨੂੰ ਜਾ ਕੇ ਦੱਸਣ ਜੋਗੇ ਹੀ ਨਹੀਂ ਰਹਿੰਦੇ ਵੀ ਇਸ ਬੰਦੇ ਨੂੰ ਮੇਰੀ ਕਮਜ਼ੋਰੀ ਪਤਾ ਹੈ। ਕਿਉਂਕਿ ਇੱਕ ਵਾਰ ਦਾ ਦੁਖਿਆ ਹੋਇਆ ਬੰਦਾ ਦੁਬਾਰਾ ਦੁਖਣਾ ਨਹੀਂ ਚਾਹੁੰਦਾ। ਫਿਰ ਸਾਰੀ ਉਮਰ ਉਸ ਬੰਦੇ ਦੀ ਕਮਾਈ ਦਾ ਸਾਧਨ ਬਣਿਆ ਰਹਿੰਦਾ। ਬਹੁਤਾਤ ਲੋਕ ਐਸੇ ਹਨ। ਹੈਰਾਨੀ ਹੁੰਦੀ ਹੈ, ਲੋਕ ਦੂਸਰੇ ਨੂੰ ਜਾ ਕੇ ਪੁੱਛਦੇ ਹਨ ਕਿ ਮੇਰੇ ਘਰ ਵਿੱਚ ਸ਼ਾਂਤੀ ਕਿਵੇਂ? ਵੀ ਘਰ ਤੇਰਾ ਹੈ, ਪਰਿਵਾਰ ਤੇਰਾ ਹੈ, ਤੂੰ ਸੋਚਣਾ ਹੈ, ਤੂੰ ਉਸ ਵੱਲ ਵੇਖ, ਕੁਝ ਸਿੱਖ, ਪਰ ਘੱਟੋ ਘੱਟ ਇਹ ਤਾਂ ਨਾ ਦੱਸ ਵੀ ਮੇਰੇ ਘਰ 'ਚ ਆ ਪ੍ਰੋਬਲਮ ਹੈ। ਉਹ ਕਹਿੰਦੇ ਲਿਆਓ ਹੱਲ ਕੱਢ ਦਿੰਦੇ ਆ। ਬੰਦੇ ਨੂੰ ਲੱਗਦਾ ਵੀ ਹੱਲ ਹੈ। ਉਸ ਹੱਲ ਦੇ ਵਿੱਚ ਹੀ ਅਸੀਂ ਆਪਣਾ ਸਾਰਾ ਕੁਝ ਲੁਟਾ ਕੇ ਤੁਰ ਆਉਂਦੇ, ਅਗਲਾ ਕਮਾ ਕੇ ਤੁਰ ਜਾਂਦਾ। ਬਸ ਇੱਥੇ ਇੱਕ ਗੱਲ ਖਲੋਤੀ ਹੈ। ਧਿਆਨ ਦੇਣਾ ਇਸ ਗੱਲ ਵੱਲ। ਪ੍ਰੋਬਲਮ ਹਰ ਜਗ੍ਹਾ ਤੇ ਹੋ ਸਕਦੀ ਹੈ ਤੇ ਪ੍ਰੋਬਲਮ ਦਾ ਹੱਲ ਵੀ ਹੈ, ਪਰ ਇਹ ਕੋਈ ਹੱਲ ਨਹੀਂ ਵੀ ਅਸੀਂ ਉਹਦੇ ਬੇਸ ਉੱਤੇ ਉਹ ਕਮਜ਼ੋਰੀ ਦੂਸਰੇ ਦੇ ਹੱਥ 'ਚ ਦੇ ਕੇ ਤੇ ਆਪਣਾ ਆਪ ਲੁਟਾਉਂਦੇ ਤੁਰੇ ਜਾਈਏ। ਬਹੁਤੀ ਦੁਨੀਆ ਐਸਾ ਕਰਦੀ ਹੈ। ਉਹ ਪਿੱਛੇ ਚੱਲ ਰਹੀ ਹੈ ਭੇਖਾਂ ਦੇ, ਪਹਿਰਾਵਿਆਂ ਦੇ, ਔਰ ਆਪਣਾ ਆਪ ਲੁਟਾ ਕੇ ਫਿਰ ਬੰਦੇ ਨੂੰ ਲੱਗਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਠੱਗਣ ਕਹੋ ਸੰਸਾਰ। ਆਰੰਭ ਦਾ ਇੱਕ ਬਚਨ ਕਿਹਾ, ਕਾਲ ਨਾਹੀਂ। ਇਹ ਭਾਈ, ਇਹ ਜਿਹੜਾ ਮਨੁੱਖਾ ਜੀਵਨ ਦਾ ਸਮਾਂ ਹੈ, ਸਾਡੇ ਕੋਲ ਜ਼ਿੰਦਗੀ ਦਾ ਸਮਾਂ ਹੈ, ਇਹ ਪਖੰਡ ਕਰਨ ਵਾਸਤੇ ਨਹੀਂ ਮਿਲਿਆ। ਇਹਨੂੰ ਪਖੰਡ ਕਰ ਕਰਕੇ ਅਜ਼ਾਈ ਨਾ ਗਵਾਓ, ਬਰਬਾਦ ਨਾ ਕਰੋ, ਵਿਅਰਥ ਨਾ ਗਵਾਓ। ਜੋਗ ਨਹੀਂ, ਇਹ ਪ੍ਰਮਾਤਮਾ ਦੇ ਮਿਲਾਪ ਦਾ ਸਾਧਨ ਵੀ ਨਹੀਂ। ਪਖੰਡ ਨਾਲ ਪ੍ਰਮਾਤਮਾ ਸੱਚ ਤੱਕ ਵੀ ਨਹੀਂ ਪਹੁੰਚਿਆ ਜਾ ਸਕਦਾ। ਬੰਦਾ ਸੱਚ ਤੋਂ ਉਰੇ ਰਹਿ ਜਾਂਦਾ ਹੈ।
ਨਾ ਹੀ ਸਤ ਕਾ ਢੱਬ, ਤੇ ਨਾ ਹੀ ਪਖੰਡ ਕੀਤਿਆਂ ਬੰਦਾ ਸਚਿਆਰਾ ਗੁਰਮੁਖ ਬਣਦਾ ਹੈ। ਗੁਰਮੁਖ ਹੋਣ ਦਾ ਪਖੰਡ ਤੇ ਮੈਂ ਕਰ ਲਵਾਂ, ਪਰ ਬਣ ਤੇ ਨਹੀਂ ਸਕਾਂਗਾ ਨਾ। ਚੰਗੇ ਹੋਣ ਦਾ ਪਖੰਡ ਮੈਂ ਕਰ ਸਕਦਾ, ਪਰ ਚੰਗਾ ਤੇ ਨਹੀਂ ਨਾ ਬਣ ਸਕਦਾ। ਚੰਗਾ ਬਣਨ ਵਾਸਤੇ ਮੈਨੂੰ ਵੱਖਰੀ ਮਿਹਨਤ ਕਰਨੀ ਪਏਗੀ। ਸਤਿਗੁਰੂ ਕਹਿੰਦੇ ਨੇ ਥਾਂ ਨਸ਼ਟ ਜਗ ਭ੍ਰਿਸ਼ਟ ਹੋਏ। ਇਹ ਵਿਖਾਵੇ ਤੇ ਪਖੰਡ ਕਰਨ ਦੇ ਨਾਲ ਕੀ ਹੁੰਦਾ ਹੈ, ਇਹ ਚੰਗੇ ਭਲੇ ਹਿਰਦੇ ਵੀ ਭ੍ਰਿਸ਼ਟ ਹੋ ਜਾਂਦੇ ਨੇ, ਚੰਗੀ ਭਲੀ ਬਿਰਤੀ ਵੀ ਮੈਲੀ ਹੋ ਜਾਂਦੀ ਹੈ। ਫਿਰ ਬੰਦਾ ਪਖੰਡ ਦੇ ਰਾਹ ਤੇ ਤੁਰ ਕੇ ਪਖੰਡੀ ਹੀ ਬਣ ਜਾਂਦਾ ਹੈ। ਸਤਿਗੁਰੂ ਕਹਿੰਦੇ ਨੇ ਡੂਬਤਾ ਇਵੇਂ ਜਗ, ਇਵੇਂ ਲੁਕਾਈ ਪਖੰਡ ਵਿਖਾਵਾ ਇਸ ਰਾਹ ਤੇ ਚੱਲਦਿਆਂ ਡੁੱਬਦੀ ਹੈ, ਗਰਕ ਹੁੰਦੀ ਜਾਂਦੀ ਹੈ, ਵਿਖਾਵੇਬਾਜ਼ੀ ਵੱਧਦੀ ਜਾਂਦੀ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਆਂਟ ਸੇਤੀ ਨਾਕ ਪਕੜੈ। ਆਂਟ ਦਾ ਅਰਥ ਹੁੰਦਾ ਹੈ ਅੰਗੂਠੇ ਦੇ ਨਾਲ, ਤੇ ਅੰਗੂਠਾ 2 ਉਂਗਲਾਂ ਜਿਹੜੀਆਂ ਨੇ ਇਹਨਾਂ ਦੇ ਨਾਲ ਆਪਣਾ ਨੱਕ ਫੜ ਕੇ ਸਾਹ ਖਿੱਚਣ ਤੇ ਛੱਡਣ ਦੀ ਜੋ ਪ੍ਰਕਿਰਿਆ ਕਰਦੇ ਹਨ, ਉਹਨੂੰ ਕਹਿੰਦੇ ਨੇ ਆਂਟ ਸੇਤੀ ਨਾਕ ਪਕੜੈ। ਸੂਝ ਤੇ 3 ਲੋ। ਇਸ ਤਰ੍ਹਾਂ ਨੱਕ ਫੜ ਕੇ ਉਹ ਕਹਿੰਦੇ ਨੇ ਸਾਨੂੰ 3 ਲੋਕਾਂ ਦੇ ਦਰਸ਼ਨ ਹੋ ਰਹੇ ਨੇ। ਸਾਡੀ ਪਹੁੰਚ ਬੜੀ ਉੱਚੀ ਹੈ, ਪਰ ਹਜ਼ੂਰ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮਗਰ ਪਾਛੈ ਕਛ ਨਾ ਸੂਝੈ। ਆਪਣੇ ਕੋਲ ਪਈ ਮਗਰ ਪਈ ਚੀਜ਼ ਤਾਂ ਉਹਨਾਂ ਨੂੰ ਦੀਦੀ ਨਹੀਂ। ਇਹ ਪਦਮ ਲੋ। ਪਦਮ ਆਸਨ ਦਾ ਅਰਥ ਹੁੰਦਾ ਹੈ ਆਪਣਾ ਖੱਬਾ ਪੈਰ ਸੱਜੇ ਪੱਟ ਉੱਤੇ ਔਰ ਸੱਜਾ ਪੈਰ ਖੱਬੇ ਪੱਟ ਉੱਤੇ ਰੱਖ ਲਈ, ਇਹਨੂੰ ਪਦਮ ਆਸਨ ਕਹਿੰਦੇ ਹਨ। ਯਾਨੀ ਕਿ ਬੈਠਣ ਦੀ ਇੱਕ ਕਸਰਤ ਦਾ ਇੱਕ ਢੰਗ ਹੋ ਸਕਦਾ ਹੈ, ਪਰ ਇਹ ਰੱਬ ਦੇ ਮਿਲਾਪ ਦਾ ਸਾਧਨ ਬਿਲਕੁਲ ਨਹੀਂ ਹੋ ਸਕਦਾ। ਗੌਰ ਕਰਨਾ। ਇੱਕ ਬੇਨਤੀ ਜ਼ਰੂਰੀ ਕਰ ਦੇਣਾ ਚਾਹੁੰਦਾ, ਯੋਗਾ ਦੀ ਇੱਕ ਪ੍ਰਕਿਰਿਆ ਹੈ ਜਿਹੜੀ ਯੋਗੀਆਂ ਤੋਂ ਸ਼ੁਰੂ ਹੋਈ, ਯਾਨੀ ਹੈ ਤਾਂ ਅਸੀਂ ਸਰੀਰ ਦੀ ਕਸਰਤ ਦਾ ਇੱਕ ਢੰਗ। ਕੋਈ ਬੰਦਾ ਮਾਨਸਿਕ ਤਣਾਅ ਵਿੱਚ ਰਹਿੰਦਾ ਹੈ, ਕੋਈ ਬੰਦੇ ਨੂੰ ਸਰੀਰਕ ਪ੍ਰੋਬਲਮ ਹੈ, ਤਾਂ ਉਹ ਕੁਝ ਐਕਸਰਸਾਈਜ਼ ਕਰੇ ਐਸੀਆਂ ਜਿਹੜੀਆਂ ਉਹਦੇ ਸਰੀਰ ਨੂੰ ਕੁਝ ਠੀਕ ਠਾਕ ਰੱਖਣ। ਇਹ ਸਾਰਾ ਬੋਡੀ ਵਾਸਤੇ ਹੈ, ਪਰ ਸਾਡੇ ਬਹੁਤੇ ਲੋਕਾਂ ਨੇ ਉਸ ਨੂੰ ਰੱਬ ਨੂੰ ਮਿਲਣ ਦਾ ਸਾਧਨ ਬਣਾ ਲਿਆ ਵੀ ਮੈਂ ਜੇ ਇਸ ਤਰ੍ਹਾਂ ਬੈਠ ਜਾਵਾਂ ਤੇ ਰੱਬ ਮਿਲ ਜਾਏਗਾ। ਕਿ ਰੱਬ ਦਾ ਇਸ ਤਰ੍ਹਾਂ ਬੈਠਣ ਨਾਲ ਕੀ ਸੰਬੰਧ ਹੈ, ਰੱਬ ਦਾ ਇਸ ਤਰ੍ਹਾਂ ਸਾਹ ਲੈਣ ਨਾਲ ਕੀ ਸੰਬੰਧ ਹੈ। ਉਹਨੂੰ ਉਹਨਾਂ ਨੇ ਸਮਝ ਲਿਆ ਵੀ ਪਰਮਾਤਮਾ ਨੂੰ ਮਿਲਣ ਦਾ ਇੱਕ ਢੰਗ ਹੈ। ਐਸੀ ਕੋਈ ਗੱਲ ਨਹੀਂ, ਉਹ ਕੇਵਲ ਬੋਡੀ ਤੇ ਸਰੀਰ ਵਾਸਤੇ ਹੈ। ਹਾਂ, ਕੁਝ ਐਸੀ ਐਕਸਰਸਾਈਜ਼ ਹੈ ਜਿਹੜੀ ਤੁਹਾਨੂੰ ਮਾਨਸਿਕ ਤੌਰ ਉੱਤੇ ਤਣਾਅ ਵਿੱਚੋਂ ਬਾਹਰ ਕੱਢ ਸਕਦੀ ਹੈ। ਭਾਵ ਕਿ ਉਹਦਾ ਸਾਰੇ ਦਾ ਸਾਰਾ ਜਿੰਨਾ ਵੀ ਢਾਂਚਾ ਹੈ ਨਾ, ਉਹ ਐਕਸਰਸਾਈਜ਼ ਹੈ। ਉਹਨੂੰ ਮਾਨਸਿਕ ਕਹਿ ਲਓ, ਉਹਨੂੰ ਸਰੀਰਕ ਕਹਿ ਲਓ। ਪਰ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਰੱਬੀ ਮਿਲਾਪ ਦੀ ਗੱਲ ਕੀਤੀ, ਉੱਥੇ ਬੜੇ ਖੂਬਸੂਰਤ ਸ਼ਬਦ ਗੁਰੂ ਨਾਨਕ ਮਹਾਰਾਜ ਨੇ ਵਰਤੇ ਨੇ। ਗੱਲੀ ਜੋਗ ਨਾ ਹੋਈ, ਏਕ ਦ੍ਰਿਸ਼ਟ ਕਰ ਸੰਸਰ ਜਾਣੈ ਜੋਗੀ ਕਹੀਐ ਸੋਈ। ਔਰ ਉੱਥੇ ਕਿ ਅੰਜਨ ਮਾਹਿ ਨਿਰੰਜਨ ਰਹੀਐ, ਜੋਗ ਜੁਗਤ ਏਮ ਪਾਈਐ। ਉਹ ਸ਼ਬਦ ਵੀ ਪੜਨ ਵਾਲੇ ਨੇ। ਕਿੰਨੀ ਸੁੰਦਰ ਗੱਲ ਮਹਾਰਾਜ ਨੇ ਉੱਥੇ ਜਾ ਕੇ ਰੱਬੀ ਮਿਲਾਪ ਦੀ ਸਾਡੇ ਨਾਲ ਸਾਂਝੀ ਕੀਤੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਆਂਟ ਸੇਤੀ ਨਾਕ ਪਕੜੈ, ਸੂਝ ਤੇ 3 ਲੋ, ਮਗਰ ਪਾਛੈ ਕਛ ਨਾ ਸੂਝੈ। ਇਹ ਪਦਮ ਅਲੋ ਖੱਤਰੀਆਂ ਤਾਂ ਧਰਮ ਛੋੜਿਆ। ਸਾਡੇ ਇੱਕ ਵਿਦਵਾਨ ਹੋਏ ਨੇ ਸਿੱਖ ਪੰਥ ਦੇ, ਸ਼ਮਸ਼ੇਰ ਸਿੰਘ ਅਸ਼ੋਕ। ਉਹਨਾਂ ਨੇ ਇੱਕ ਬੜੀ ਦਿਲਚਸਪ ਗੱਲ ਲਿਖੀ ਹੈ। ਕਹਿੰਦੇ 9ਵੀਂ ਜਾਂ 10ਵੀਂ ਸਦੀ ਵਿੱਚ ਆਬੂ ਪਰਬਤ ਉੱਤੇ ਪੰਡਤਾਂ ਨੇ ਇੱਕ ਯੱਗ ਕੀਤਾ। ਉਸ ਯੱਗ ਦੇ ਵਿੱਚ ਜਿਹੜੇ ਜੱਟ ਕਬੀਲੇ ਸਨ, ਕਬੀਲੇ ਹੁੰਦੇ ਸਨ ਵੱਖਰੇ ਵੱਖਰੇ, ਉਹਨਾਂ ਕਬੀਲਿਆਂ ਦੀ ਚੋਣ ਕੀਤੀ ਗਈ ਤੇ ਉਹਨਾਂ ਨੂੰ ਕਿਹਾ ਗਿਆ ਵੀ ਜਿਹੜਾ ਵੀ ਇਸ ਪਰਬਤ ਦੇ ਹੋ ਰਹੇ ਯੱਗ ਵਿੱਚ ਸ਼ਾਮਲ ਹੋਏਗਾ ਉਹਨੂੰ ਨਵੀਂ ਉਪਾਧੀ ਦਿੱਤੀ ਜਾਏਗੀ। ਤੇ ਉਹਨਾਂ ਨੂੰ ਉਪਾਧੀ ਦੇ ਕੇ ਰਾਜਪੂਤ ਬਣਾਇਆ ਗਿਆ। ਯਾਨੀ ਕਿ ਰਾਜਪੂਤ ਸ਼ਬਦ ਧਰਮ ਪੁਜਾਰੀਆਂ ਨੇ ਦਿੱਤਾ ਜੱਟ ਕਬੀਲਿਆਂ ਦੇ ਵਿੱਚੋਂ, ਜਿਨ੍ਹਾਂ ਨੇ ਬ੍ਰਾਹਮਣਿਜ਼ਮ ਨੂੰ ਕਬੂਲ ਕਰ ਲਿਆ ਉਸ ਯੱਗ ਵਿੱਚ ਸ਼ੁੱਧੀਕਰਨ ਕਰਾ ਕੇ। ਗੌਰ ਕਰਨਾ, ਖੇਤੀ ਕਰਨ ਵਾਲੇ, ਪਸ਼ੂ ਰੱਖਣ, ਐਸੇ ਕਬੀਲਿਆਂ ਨੂੰ ਬ੍ਰਾਹਮਣ ਪੁਜਾਰੀ ਜਿਹੜੇ ਸਨ ਉਹ ਸ਼ੁੱਧ ਨਹੀਂ ਸਨ ਮੰਨਦੇ, ਤੇ ਆਪਣੇ ਮਜ਼ਹਬ ਵਿੱਚ ਲਿਆਉਣ ਵਾਸਤੇ ਉਹਨਾਂ ਦਾ ਸ਼ੁੱਧੀਕਰਨ ਕੀਤਾ ਗਿਆ। ਉਹ ਸ਼ੁੱਧੀਕਰਨ ਕਰਨ ਸਮੇਂ ਜਿਨ੍ਹਾਂ ਨੇ ਸ਼ੁੱਧੀਕਰਨ ਕਰਵਾ ਲਿਆ ਉਹਨਾਂ ਨੂੰ ਰਾਜਪੂਤ ਕਿਹਾ ਗਿਆ। ਇਥੋਂ ਰਾਜਪੂਤ ਇੱਕ ਵੱਖਰੀ ਕੈਟਾਗਰੀ ਪੈਦਾ ਹੋ ਗਈ ਤੇ ਉਹਨਾਂ ਦੀ ਡਿਊਟੀ ਕੀ ਸੀ? ਤੁਸੀਂ ਸਾਡੇ ਬ੍ਰਾਹਮਣੀ ਧਰਮ ਦੀ ਰੱਖਿਆ ਵਾਸਤੇ ਸਾਜੇ ਤੇ ਬਣਾਏ ਗਏ ਹੋ, ਤੁਸੀਂ ਇਸ ਦੀ ਰੱਖਿਆ ਕਰੋਗੇ। ਉਹਨਾਂ ਨੇ ਰਾਜ ਭਾਗ ਮਾਣੇ ਔਰ ਉਸ ਬ੍ਰਾਹਮਣੀ ਮਤ ਦੀ ਰੱਖਿਆ ਵਾਸਤੇ ਉਹਨਾਂ ਨੇ ਅਹਿਦ ਲਿਆ। ਇਹ ਤਾਂ ਹਿਸਟਰੀ ਹੈ, ਉਹ ਦੱਸੇਗੀ ਵੀ ਕਿੰਨੀ ਕੁ ਰੱਖਿਆ ਹੋਈ ਤੇ ਕਿੰਨੀ ਕੁ ਨਹੀਂ ਹੋਈ, ਇੱਕ ਵੱਖਰਾ ਵਿਸ਼ਾ ਹੈ।
ਪਰ ਉਹਨਾਂ ਨੇ ਇਹ ਬੜੀ ਕੀਮਤੀ ਜਾਣਕਾਰੀ ਜਿਹੜੀ ਹੈ ਆਪਣੀਆਂ ਲਿਖਤਾਂ ਵਿੱਚ ਸਾਂਝੀਆਂ ਕੀਤੀਆਂ ਨੇ। ਇਹ ਗੱਲਾਂ ਹੁਸ਼ਿਆਰ ਸਿੰਘ ਦੁਲੇ ਨੇ ਵੀ ਇਸ ਦਾ ਜ਼ਿਕਰ ਆਪਣੀ ਪੁਸਤਕ ਵਿੱਚ ਕੀਤਾ ਕਿ ਜਾਨੀ ਕਿ ਉਹਨਾਂ ਨੂੰ ਬਿਲਕੁਲ ਆਪਣੇ ਢੰਗ ਨਾਲ ਮੋੜ ਲਿਆ ਗਿਆ। ਹੁਣ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਬਾਣੀ 'ਚ ਪਤਾ ਸ਼ਬਦ ਖੱਤਰੀਆਂ ਇਹ ਕਿਸੇ ਜ਼ਾਤ ਬਰਾਦਰੀ ਲਈ ਨਹੀਂ, ਇਹ ਉਹਨਾਂ ਲੋਕਾਂ ਲਈ ਆਇਆ ਜਿਨ੍ਹਾਂ ਨੂੰ ਸਾਜਿਆ ਸੀ ਪੁਜਾਰੀਆਂ ਨੇ ਇਸ ਗੱਲ ਲਈ ਕਿ ਤੁਸੀਂ ਸਾਡੇ ਇਸ ਧਰਮ ਕਰਮ ਦੀ ਰਾਖੀ, ਅਗਰ ਇਹਨੂੰ ਕੋਈ ਹਮਲਾਵਰ ਹੁੰਦਾ ਹੈ, ਕੋਈ ਮੁਸ਼ਕਲ ਕੋਈ ਪ੍ਰੋਬਲਮ ਆਉਂਦੀ ਹੈ, ਇਹ ਕਿਸੇ ਮੁਸੀਬਤ ਵਿੱਚ ਫਸਦਾ ਹੈ, ਇਹਦੀ ਤੁਸੀਂ ਰਾਖੀ ਕਰੋਗੇ। ਇਸ ਕਰਕੇ ਮੰਨੂ ਕਹਿੰਦਾ ਹੈ ਆਪਣੀ ਸਿਮਰਤੀ ਦੇ ਅੰਦਰ ਕਿ ਖੱਤਰੀ ਦਾ ਧਰਮ ਹੈ ਰਾਖੀ ਕਰਨਾ। ਵੇਦ ਪੜ੍ਹਨਾ ਉਹਦੇ ਲਈ ਜ਼ਰੂਰੀ ਨਹੀਂ, ਕੋਈ ਜ਼ਰੂਰੀ ਨਹੀਂ ਉਹ ਵੇਦਾਂ ਦੀ ਥਿਊਰੀ ਮੁਤਾਬਕ ਕੰਮ ਕਰੇ, ਉਹਦਾ ਇੱਕੋ ਹੀ ਧਰਮ ਹੈ। ਬ੍ਰਾਹਮਣ ਦੁਆਰਾ ਬਣਾਏ ਨਿਯਮਾਂ ਦੀ ਰਾਖੀ ਵਾਸਤੇ ਤਲਵਾਰ ਚੁੱਕੇ ਤੇ ਮੈਦਾਨੇ ਜੰਗ ਵਿੱਚ ਲੜਨਾ ਸ਼ੁਰੂ ਕਰਦਾ ਹੈ। ਬਸ ਉਹਨੂੰ ਆਗਿਆ ਚਾਹੀਦੀ ਹੈ ਪੁਜਾਰੀ ਦੀ, ਉਹ ਇਸ਼ਾਰਾ ਕਰੇਗਾ ਕਿ ਇਥੋਂ ਖਤਰਾ ਹੈ, ਉਹ ਉਸ ਨੂੰ ਮਲੀਆ ਮੇਟ ਕਰੇਗਾ, ਜਾਨੀ ਕਿ ਆਪਣੀਆਂ ਬਾਹਾਂ ਬਣਾ ਲਈਆਂ ਉਸਨੇ। ਔਰ ਗੌਰ ਕਰਨਾ, ਚਾਤੁਰ ਤੇ ਚਲਾਕ ਲੋਕ ਜਿਨ੍ਹਾਂ ਨੇ ਬਹੁਤ ਲੰਬਾ ਸਮਾਂ ਰਾਜ ਕੀਤਾ ਹੈ, ਉਹਨਾਂ ਕੋਈ ਜੰਗ ਨਹੀਂ ਲੜੀ, ਉਹ ਰਾਜ ਗੱਦੀ ਉੱਤੇ ਵੀ ਨਹੀਂ ਬੈਠੇ। ਉਹਨਾਂ ਆਖਿਆ ਅਸੀਂ ਤੁਹਾਨੂੰ ਤਿਲਕ ਦੇ ਦਿਆਂਗੇ, ਅਸੀਂ ਤੁਹਾਡੇ ਹੱਕ 'ਚ ਦੁਆ ਕਰ ਦਿਆਂਗੇ, ਤੁਸੀਂ ਸਾਨੂੰ ਰਾਜ ਪੁਰੋਹਿਤ ਦਾ ਦਰਜਾ ਦੇ ਦਿਓ, ਰਾਜ ਤੁਸੀਂ ਕਰੀ ਚੱਲੋ। ਉਹਨਾਂ ਨੂੰ ਲੱਗੇ ਨਾ ਸਾਨੂੰ ਰਾਜ ਸੌਂਪਿਆ, ਨਹੀਂ, ਜ਼ਿੰਮੇਵਾਰੀ ਦਾ ਤਾਜ ਸਿਰ ਤੇ ਰੱਖ ਦਿੱਤਾ ਵੀ ਅਸੀਂ ਸੇਫ ਹਾਂ, ਅਸੀਂ ਪਾਸੇ ਹਾਂ, ਰਾਜ ਨੀਤੀਆਂ ਸਾਡੀਆਂ ਹੀ ਚੱਲਣਗੀਆਂ, ਤੁਸੀਂ ਬੈਠੇ ਰਹੋ ਗੱਦੀ ਉੱਤੇ, ਕੋਈ ਮੁਸ਼ਕਲ ਨਹੀਂ ਹੈ। ਔਰ ਇਸੇ ਕਰਕੇ ਭਾਰਤ ਦੀ ਇਤਿਹਾਸਕ ਗਤੀ ਬਹੁਤ ਅਜੀਬ ਕਿਸਮ ਦੀ ਹੈ। ਉੱਥੇ ਤਿਲਕ ਦੇਣ ਵਾਲਾ ਦਰਅਸਲ ਰਾਜ ਕਰਦਾ, ਗੱਦੀ ਤੇ ਬਹਿਣ ਵਾਲਾ ਰਾਜ ਬਿਲਕੁਲ ਨਹੀਂ ਕਰਦਾ। ਇਹ ਸਾਨੂੰ ਭਰਮ ਹੈ। ਕਾਜ਼ੀਆਂ ਨੇ ਰਾਜ ਕੀਤਾ ਹੈ ਭਾਰਤ ਦੇ ਉੱਤੇ, ਸਾਨੂੰ ਲੱਗਦਾ ਔਰੰਗਜ਼ੇਬ ਦੂਜੇ ਇਹ ਤਾਂ ਐਸ਼ ਪ੍ਰਸਤੀ ਦੇ ਮਾਰੇ ਹੋਏ ਸਨ। ਖਿਮਾ ਕਰਨਾ, ਰਾਜ ਤੇ ਕਾਜ਼ੀਆਂ ਦੀਆਂ ਨੀਤੀਆਂ ਨੇ ਕੀਤਾ। ਇਹ ਤਾਂ ਕੇਵਲ ਮਰਨ ਤੇ ਖਪਣ ਵਾਸਤੇ ਲਿਆਂਦੇ ਗਏ ਸਨ ਵੀ ਮਰਨਗੇ ਵੀ ਇਹ ਤੇ ਮਾਰਨਗੇ ਵੀ ਇਹ, ਇਹਨਾਂ ਦੀ ਡਿਊਟੀ ਇਹ ਹੈ। ਕਾਜ਼ੀ ਸੇਫ ਹੈ, ਪੁਜਾਰੀ ਸੇਫ ਹੈ, ਜਿਹੜਾ ਗੱਦੀ ਉੱਤੇ ਬੈਠਾ ਹੈ ਉਹ ਮਰੇਗਾ ਜਾਂ ਉਹ ਮਾਰੇਗਾ। ਅਗਰ ਸਾਰੇ ਪਰਿਵਾਰ ਤੱਕ ਦਾ ਵੀ ਖਾਤਮਾ ਹੁੰਦਾ ਹੈ, ਕਿਸੇ ਕਾਜ਼ੀ ਦਾ ਨਹੀਂ, ਪੋਲੀਟੀਕਲ ਆਦਮੀ ਦਾ ਹੁੰਦਾ ਜਿਹੜਾ ਉਸ ਤਖਤ ਉੱਤੇ ਬੈਠਾ ਹੋਇਆ। ਇਹ ਫਰਕ ਹੈ। ਇੱਕ ਦੀਆਂ ਨੀਤੀਆਂ ਰਾਜ ਕਰਦੀਆਂ ਨੇ, ਇੱਕ ਦਾ ਕੇਵਲ ਜਿਸਮ ਰਾਜ ਕਰ ਰਿਹਾ ਹੈ। ਉਹ ਉਹਨੇ 'ਚ ਖੁਸ਼ ਹੈ, ਉਹ ਕਿਉਂਕਿ ਸੰਸਾਰ ਦੇ ਭੋਗ ਵਿਲਾਸ ਤੇ ਇਹ ਚੀਜ਼ਾਂ ਸ਼ੌਹਰਤ ਦੀਆਂ ਪਦਵੀਆਂ ਨੂੰ ਮਿਲ ਰਹੀਆਂ ਨੇ, ਉਹਨੂੰ ਲੱਗਦਾ ਮੈਂ ਸਾਰਾ ਕੁਝ ਹੰਢਾ ਰਿਹਾ ਹਾਂ। ਨਹੀਂ, ਰਾਜ ਤਾਂ ਉਹ ਕਰਦੇ ਨੇ ਜਿਨ੍ਹਾਂ ਦੀ ਸੋਚ ਕੰਮ ਕਰ ਰਹੀ ਹੈ, ਜਿਨ੍ਹਾਂ ਦੀਆਂ ਨੀਤੀਆਂ ਕੰਮ ਕਰ ਰਹੀਆਂ ਨੇ। ਸਤਿਗੁਰੂ ਗੁਰੂ ਨਾਨਕ ਮਹਾਰਾਜ ਇਹ ਹੁਲਾਰਾ ਦਿੰਦੇ ਨੇ, ਨਿਹੋਰਾ ਦਿੰਦੇ ਨੇ, ਖੱਤਰੀਆਂ ਤਾਂ ਧਰਮ ਛੋੜਿਆ। ਭਾਵ ਜਿਨ੍ਹਾਂ ਦੀ ਡਿਊਟੀ ਸੀ ਨਾ ਵੀ ਅਸੀਂ ਮੁਲਕ ਦੀ ਰਾਖੀ ਕਰਨੀ ਹੈ, ਉਹਨਾਂ ਨੂੰ ਇਹ ਨਜ਼ਰ ਨਾ ਆਇਆ ਵੀ ਕੁਝ ਹਮਲਾਵਰ ਬਾਹਰਲੇ ਮੁਲਕਾਂ ਤੋਂ ਆ ਰਹੇ ਨੇ, ਲੋਕਾਂ ਨੂੰ ਲੁੱਟ ਰਹੇ ਨੇ, ਕੁੱਟ ਰਹੇ ਨੇ, ਹਰ ਤਰ੍ਹਾਂ ਦੇ ਨਾਲ ਹਾਨੀ ਕਰ ਰਹੇ। ਉਹਨਾਂ ਨੇ ਉੱਚੀਆਂ ਪਦਵੀਆਂ ਲਈਆਂ ਤੇ ਇਸ ਚਸਕੇ 'ਚ ਲੱਗ ਕੇ ਉਹਨਾਂ ਨੇ ਆਪਣੇ ਫਰਜ਼ ਛੱਡ ਦਿੱਤੇ। ਜਿਨ੍ਹਾਂ ਨੇ ਐਦ ਲਿਆ ਸੀ ਨਾ ਅਸੀਂ ਰਾਖੀ ਕਰਾਂਗੇ ਮੁਲਕ ਦੀ, ਉਹਨਾਂ ਕੋਈ ਰਾਖੀ ਨਹੀਂ ਕੀਤੀ। ਉਹਨਾਂ ਨੂੰ ਪਦਵੀਆਂ ਮਿਲੀਆਂ ਤੇ ਉਹ ਆਪਣੇ ਚਸਕੇ 'ਚ ਲੱਗ ਗਏ। ਸਤਿਗੁਰੂ ਕਹਿੰਦੇ ਨੇ ਮਲੇਸ਼ ਭਾਖਿਆ ਗਈ। ਔਰ ਐਸਾ ਡਬਲ ਕਰੈਕਟਰ, ਦੋਹਰਾ ਜੀਵਨ ਹੋ ਗਿਆ ਵੀ ਬਾਹਰੋਂ ਕਹਿੰਦੇ ਸਨ ਮਲੇਸ਼ ਨੇ, ਇਹ ਮਾੜੇ ਨੇ, ਤੇ ਅੰਦਰ ਜਾ ਕੇ ਉਹਨਾਂ ਦੀ ਜੀ ਹਜ਼ੂਰੀ ਵੀ ਕਰਦੇ ਸਨ ਤੇ ਉਹਨਾਂ ਦੀ ਬੋਲੀ ਵੀ ਬੋਲਦੇ ਸਨ। ਉਹਨੂੰ ਕਹੇ ਗੁਰੂ ਨਾਨਕ ਸਾਹਿਬ ਨੇ, ਘਰ ਘਰ ਮੀਆਂ ਸਭਨਾ ਜੀਆਂ ਬੋਲੀ ਅਵਰ ਤੁਮਾਰੀ। ਫਰਕ ਸਮਝਣਾ ਵੀ ਆਪਣੀ ਕਮਿਊਨਿਟੀ ਨੂੰ ਵਿਖਾਉਣ ਦਾ ਚਿਹਰਾ ਹੋਰ ਹੈ ਤੇ ਉਹਨਾਂ ਦੀ ਹਜ਼ੂਰੀ ਦੇ ਵਿੱਚ ਜਾਣ ਸਮੇਂ ਨੀਲ ਵਸਤਰ ਪਹਿਰ ਹੋਮੈ ਪ੍ਰਵਾਨ, ਮਲੇਸ਼ ਧਾਨ ਲੈ ਪੂਜੈ ਪੁਰਾਣ, ਅਭਾਖਿਆ ਕਾ ਕੁੱਠਾ ਬੱਕਰਾ ਖਾਣਾ, ਚੌਂਕੇ ਉੱਪਰ ਕਿਸੇ ਨਾ ਜਾਣਾ। ਬਾਹਰ ਕਹਿੰਦੇ ਸਾਡੇ ਚੌਂਕੇ ਨਾ ਚੜਿਓ, ਅਪਵਿੱਤਰ ਹੋ ਜਾਂਦਾ, ਅਸੀਂ ਬੜੀ ਸੋਚ ਰੱਖਦੇ ਹਾਂ। ਉਹਨਾਂ ਨਾਲ ਹਲਾਲ ਵੀ ਖਾਉਂਦੇ ਸਨ। ਇਧਰ ਜਨੇਊ ਪਵਿੱਤਰ ਮੰਨਿਆ ਗਿਆ, ਧਰਮ ਜਗਿਓ ਪਵੀਤ, ਉੱਥੇ ਉਹਨਾਂ ਦੇ ਵਸਤਰ ਪਾ ਕੇ ਤੇ ਜਨੇਊ ਲਾ ਕੇ ਵੀ ਕੰਮ ਸਰ ਜਾਂਦਾ ਸੀ। ਭਾਵ ਦੋਹਰਾ ਜੀਵਨ ਹੈ, ਦੋਹਰਾ ਜੀਵਨ ਹੈ। ਸਾਨੂੰ ਲੱਗਦਾ ਹੈ ਆਪਣੇ ਧਰਮ ਨੂੰ ਪਿਛਾਂਹ ਛੱਡ ਕੇ, ਆਪਣੇ ਕਲਚਰ ਨੂੰ ਪਿੱਠ ਦੇ ਕੇ ਹੀ ਧਰਮ ਨਿਰਪੱਖਤਾ ਨਿਭਾਈ ਜਾ ਸਕਦੀ ਹੈ। ਇਹ ਭੁਲੇਖਾ ਅੱਜ ਬਹੁਤ ਵੱਡਾ ਹੈ। ਪਰ ਨਹੀਂ, ਤੁਸੀਂ ਆਪਣੇ ਧਰਮ ਅਸੂਲਾਂ ਦੇ ਪਾਬੰਦ ਰਹੋ, ਦੂਸਰੇ ਤੇ ਜ਼ੁਲਮ ਧੱਕਾ ਨਾ ਕਰੋ। ਕੋਈ ਜ਼ਰੂਰਤ ਨਹੀਂ ਤੁਹਾਨੂੰ ਦੋਹਰਾ ਜੀਵਨ ਜੀਣ ਦੀ, ਤੁਸੀਂ ਜੋ ਹੋ ਸਾਫ਼ ਹੋ। ਹਾਂ, ਜਿਹੜੀ ਤੁਹਾਡੀ ਜੌਬ ਹੈ, ਜਿਹੜੀ ਤੁਹਾਡੀ ਡਿਊਟੀ ਹੈ, ਉਹਨੂੰ ਇਮਾਨਦਾਰੀ ਨਾਲ ਨਿਭਾਓ। ਉਹਦੇ 'ਚ ਕੋਈ ਫਰਕ ਨਹੀਂ ਆਉਣਾ ਚਾਹੀਦਾ ਵੀ ਮੈਂ ਸਿੱਖ ਹਾਂ
ਤੇ ਹਿੰਦੂ ਨਾਲ ਕੋਈ ਭੇਦਭਾਵ ਕਰਾਂ, ਮੈਂ ਹਿੰਦੂ ਹਾਂ ਤੇ ਸਿੱਖ ਨਾਲ ਕੋਈ ਭੇਦਭਾਵ ਕਰਾਂ, ਮੈਂ ਮੁਸਲਮਾਨ ਹਾਂ ਤੇ ਦੂਜੀਆਂ ਨਹੀਂ। ਤੁਹਾਡੇ ਧਰਮ ਦੇ ਅਸੂਲ ਆਪਣੇ ਹਨ, ਤੁਸੀਂ ਉਹਨਾਂ ਨੂੰ ਜੀਓ, ਖੁੱਲ੍ਹ ਕੇ ਜੀਓ, ਪਰ ਤੁਸੀਂ ਕਿਸੇ ਨਾਲ ਇਸ ਗੱਲੋਂ ਭੇਦਭਾਵ ਨਾ ਹੋਣ ਦਿਓ। ਜਿਸ ਡਿਊਟੀ ਉੱਤੇ ਤੁਸੀਂ ਡਿਪੈਂਡ ਹੋ, ਨਿਰਭਰ ਹੋ, ਜੋ ਤੁਹਾਡਾ ਕਰਮ ਬਣਦਾ ਹੈ, ਫਰਜ਼ ਬਣਦਾ ਹੈ, ਉਹਨੂੰ ਸਾਰਿਆਂ ਲਈ ਬਰਾਬਰ ਰੱਖੋ। ਇਹ ਹੈ ਧਰਮ ਨਿਰਪੱਖਤਾ। ਪਰ ਅਸੀਂ ਸਮਝਦੇ ਧਰਮ ਨਿਰਪੱਖ ਦਾ ਮਤਲਬ ਹੁੰਦਾ ਮੈਂ ਆਪਣਾ ਸਾਰੇ ਅਸੂਲ ਛਿੱਕੇ ਟੰਗਦੇ ਹਾਂ ਤੇ ਨਾ ਮੈਂ ਇੱਧਰ ਜੋਗਾ ਰਹਾ ਨਾ ਉੱਧਰ, ਉਹਨਾਂ ਨੂੰ ਵੀ ਝੂਠਾ ਬਣ ਬਣ ਕੇ ਵਿਖਾਈ ਜਾਵਾਂ ਤੇ ਇਹਨਾਂ ਨੂੰ ਵਿਖਾਈ ਜਾਵਾਂ, ਉਹਨੂੰ ਅਸੀਂ ਧਰਮ ਨਿਰਪੱਖਤਾ ਮੰਨ ਲਿਆ। ਇਹ ਫਰਕ ਹੈ। ਇਸ ਵਾਸਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਬਹਾਦਰ ਸ਼ਾਹ ਨੇ ਪੁੱਛਿਆ, ਮਜ਼ਹਬ ਤੁਮਾਰਾ ਖੂਬ ਕਿ ਮਜ਼ਹਬ ਹਮਾਰਾ ਖੂਬ? ਹਜ਼ੂਰ ਨੇ ਬੜੀ ਬੇਬਾਕੀ ਨਾਲ ਉੱਤਰ ਦਿੱਤਾ, ਤੁਮਕੋ ਤੁਮਾਰਾ ਖੂਬ, ਹਮਕੋ ਹਮਾਰਾ ਖੂਬ। ਤੇਰੇ ਲਈ ਤੇਰਾ ਮਜ਼ਹਬ ਵੀ ਚੰਗਾ ਹੈ, ਮੇਰੇ ਲਈ ਮੇਰਾ ਮਜ਼ਹਬ ਚੰਗਾ ਹੈ। ਗੱਲ ਤੇ ਏਡੀ ਉੱਚ ਪਾਈ ਦੀ ਹੈ, ਮੈਨੂੰ ਕੋਈ ਭੇਦਭਾਵ ਨਹੀਂ ਤੇਰੇ ਮਜ਼ਹਬ ਨਾਲ, ਤੇ ਤੂੰ ਵੀ ਨਾ ਕਰ। ਜੇ ਤੇਰਾ ਖੂਬ ਹੈ ਤੇ ਮੇਰਾ ਵੀ ਖੂਬ ਹੈ। ਏਡੀ ਉੱਚੀ ਵਿਚਾਰਧਾਰਾ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਘਰ ਨੇ ਦਿੱਤੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਨਾ ਕਿ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ, ਹਿੰਦੂ ਮੁਸਲਮਾਨ ਦੋਏ ਦਰਗਾਹ ਅੰਦਰ ਲੈਣ ਨਾ ਟੋਈ। ਹਜ਼ੂਰ ਨੇ ਆਖਿਆ ਹਿੰਦੂ ਹੋਣਾ ਜਾਂ ਮੁਸਲਮਾਨ ਹੋਣਾ ਹੀ ਕਾਫੀ ਨਹੀਂ, ਚੰਗੇ ਅਮਲ ਬਣਾਉਣੇ ਵੀ ਜ਼ਰੂਰੀ ਨੇ। ਉਹਦੇ ਤੋਂ ਬਿਨਾਂ ਢੋਈ ਨਹੀਂ, ਉਹਦੇ ਤੋਂ ਬਿਨਾਂ ਮੁਕਤੀ ਨਹੀਂ, ਮੰਦੀ ਅਵਸਥਾ ਚੋਂ ਨਿਕਲਣ ਦਾ ਹੋਰ ਕੋਈ ਰਸਤਾ ਨਹੀਂ। ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਖੱਤਰੀਆਂ ਤਾਂ ਧਰਮ ਛੋੜਿਆ, ਮਲੇਸ਼ ਭਾਖਿਆ ਗਈ, ਸ੍ਰਿਸ਼ਟ ਸਭ ਇੱਕ ਵਰਨ ਹੋਈ। ਧਰਮ ਕੀ ਗਤ ਰਹੀ, ਹਰ ਪਾਸੇ ਲੋਭ ਹੈ, ਸਵਾਰਥ ਹੈ, ਹਰ ਪਾਸੇ ਆਪਾ ਧਾਪੀ ਹੈ, ਨਿਜ ਹੈ, ਸਾਰੇ ਇੱਕੋ ਜਿਹੇ ਹੋਏ ਫਿਰਦੇ ਨੇ। ਬਾਹਰੋਂ ਲੇਬਲ ਵੱਖਰੇ ਵੱਖਰੇ ਨੇ, ਅੰਦਰੋਂ ਸਾਰਿਆਂ ਦੀ ਟਿਊਨ ਇੱਕੋ ਜਿਹੀ। ਬਾਹਰੋਂ ਹੈ ਮੈਂ ਆ ਹਾਂ, ਮੇਰੀ ਆ ਕੈਟਾਗਰੀ ਹੈ, ਦੂਜਾ ਦਾ ਨਹੀਂ ਮੇਰੀ ਆ ਕਿਸਮ ਹੈ, ਤੀਜਾ ਦਾ ਨਹੀਂ ਮੇਰੀ ਆ ਕਿਸਮ ਹੈ। ਅੰਦਰੋਂ ਸਾਰੇ ਇੱਕੋ ਹੀ ਲੋਭ ਸਾਰਿਆਂ 'ਚ ਕੰਮ ਕਰ ਰਿਹਾ, ਇੱਕੋ ਹੀ ਸਵਾਰਥ ਕਰ ਰਿਹਾ, ਇੱਕੋ ਹੀ ਹਉਮੈ ਕਰ ਰਹੀ, ਇੱਕੋ ਹੀ ਨਿਜ ਕੰਮ ਕਰ ਰਿਹਾ। ਅੰਦਰੋਂ ਸਭ ਇੱਕ ਵਰਣ ਹੀ ਨੇ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਅਸ਼ਟ ਸਾਜ ਸਾਜ ਪੁਰਾਣ ਸੋਧ ਹੈ। ਅਸ਼ਟਾਧਿਆਈ ਇੱਕ ਗ੍ਰੰਥ ਹੈ, ਵਿਆਕਰਣਕ ਗ੍ਰੰਥ, ਜਿਹਦੇ ਮੁਤਾਬਕ ਪੁਰਾਣਾ ਵੇਦਾਂ ਨੂੰ ਵਿਆਖਿਆ ਦਾ ਰੂਪ ਦਿੱਤਾ ਗਿਆ ਵਿਦਵਾਨ ਪੁਜਾਰੀਆਂ ਵੱਲੋਂ। ਉਹਦਾ ਜ਼ਿਕਰ ਕਰਦੇ ਨੇ, ਕਹਿੰਦੇ ਅਸ਼ਟਾਧਿਆਈ ਵਿਆਕਰਣਕ ਗ੍ਰੰਥਾਂ ਨੂੰ ਸੋਧ ਕੇ ਵਿਚਾਰ ਕੇ ਪੁਰਾਣਾ ਨੂੰ ਵਿਚਾਰਿਆ ਤੇ ਕਰੇ ਵੇਦ ਅਭਿਆਸ, ਵੇਦਾਂ ਦੇ ਬਹੁਤ ਜ਼ਿਆਦਾ ਅਭਿਆਸ ਕੀਤੇ ਗਏ। ਪਰ ਜੇ ਜੀਵਨ ਉੱਚਾ ਨਹੀਂ ਹੋ ਸਕਿਆ, ਬਿਨ ਨਾਮ ਹਰ ਕੇ ਮੁਕਤ ਨਾਹੀ। ਰੱਬੀ ਗੁਣਾਂ ਨੂੰ ਤੇ ਅਕਾਲ ਪੁਰਖ ਦੀ ਹੋਂਦ ਨੂੰ ਆਪਣੇ ਜੀਵਨ ਦਾ ਅੰਗ ਬਣਾਏ ਬਿਨਾ ਮੁਕਤ ਨਹੀਂ ਹੋ ਸਕਦਾ ਮਨੁੱਖ। ਉਹਦੀ ਸੁਰਤੀ ਪਖੰਡ ਵਿੱਚ ਹੀ ਲੱਗੀ ਰਹੇਗੀ, ਵਿਖਾਵੇ ਤੇ ਮੰਦੇ ਆਚਰਣ ਵਿੱਚ ਹੀ ਉਹਦਾ ਜੀਵਨ ਧੱਸਿਆ ਰਹੇਗਾ। ਇਹਦੇ ਤੋਂ ਉੱਭਰ ਨਹੀਂ ਸਕਦਾ। ਕਹੇ ਨਾਨਕ ਦਾਸ, ਦਾਸ ਨਾਨਕ ਇਹ ਗੱਲ ਸੰਸਾਰ ਦੇ ਲੋਕਾਂ ਨੂੰ ਸੁਣਾਉਂਦਾ ਹੈ, ਹੇ ਭਾਈ, ਅਗਰ ਤੁਸੀਂ ਸ੍ਰੇਸ਼ਟ ਜੀਵਨ ਜੀਣਾ ਹੈ ਤਾਂ ਇੱਕੋ ਹੀ ਜੁਗਤ ਹੈ, ਕਲਮ ਹੈ ਰਾਮ ਨਾਮ ਸਾਰ। ਤੋ ਧਰਮ ਨੂੰ ਗੁਰਮਤਿ ਕਹਿੰਦੀ ਹੈ, ਇਹ ਮਨੁੱਖ ਕਮਾਉਣ ਦੀ ਕੋਸ਼ਿਸ਼ ਕਰ, ਜੀਣ ਦੀ ਕੋਸ਼ਿਸ਼ ਕਰ। ਜੀਏਗਾ, ਕਮਾਏਗਾ, ਆਪੇ ਹੀ ਤੇਰੇ ਜੀਵਨ ਵਿੱਚੋਂ ਦੂਸਰਿਆਂ ਨੂੰ ਪਤਾ ਲੱਗੇਗਾ ਕਿ ਇਹਦੇ ਜੀਵਨ ਵਿੱਚ ਧਰਮ ਹੈ, ਇਹਦੇ ਜੀਵਨ ਵਿੱਚ ਸਚਾਈ ਹੈ। ਗੁਰੂ ਦੇਵ ਜੀ ਦਾ ਇਹ ਪਾਵਨ ਸ਼ਬਦ ਸਾਨੂੰ ਇਸ ਪਾਸੇ ਵੱਲ ਪ੍ਰੇਰਣਾ ਕਰ ਰਿਹਾ ਹੈ। ਇਸ ਜੀਵਨ ਜਾਚ ਨੂੰ ਅਸੀਂ ਜੀ ਸਕੀਏ, ਐਸੀ ਅਰਦਾਸ ਹੈ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨ। ਆਓ ਬੜੇ ਅਦਬ ਸਤਿਕਾਰ ਸਹਿਤ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।